ਜੇ ਕੱਲ ਨੂੰ ਫਿਰ ਜੇ ਕੋਈ ਨਿਹੰਗ ਆ ਕੇ ਕਹਿ ਦੇਵੇ ਕਿ ਸਾਡੇ ਨਾਲ ਦਲਿਤਾਂ ਵਾਂਗ ਵਿਤਕਰਾ ਕੀਤਾ ਜਾਂਦਾ ਵੀ ਅਸੀਂ ਦਲਿਤ ਹੈਗੇ ਆ, ਜੇ ਅਸੀਂ ਅੰਮ੍ਰਿਤ ਛਕਣਾ ਚਾਹੁੰਦੇ ਸਾਨੂੰ ਇਹੋ ਜਿਹਾ ਵਿਤਕਰਾ ਕੀਤਾ ਜਾਂਦਾ ਹੈ। ਤੁਸੀਂ ਹੁਣੇ ਉਦਾਹਰਨ ਦਿੱਤੀ ਸਾਨੂੰ 1947 ਦੀ ਪਹਿਲਾਂ ਦੀ ਕਿ ਕਈ ਦਲਿਤ ਜਿਹੜੇ ਹੈਗੇ ਸੀ ਸਿੱਖੀ ਛੱਡ ਕੇ ਚਲੇ ਗਏ ਸੀ। ਜੇ ਅੱਜ ਦੁਬਾਰਾ ਦੌਰ ਚੱਲ ਜਾਂਦਾ ਫਿਰ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਤੁਸੀਂ? ਜਥੇਦਾਰ ਦੀ ਤੁਸੀਂ ਖੁਦ ਕਹਿ ਰਹੇ ਹੋ ਕਿ ਜਥੇਦਾਰ ਨੇ ਸਾਡੀ ਗੱਲ ਨਹੀਂ ਮੰਨੀ, ਆਫ ਦਾ ਰਿਕਾਰਡ ਕਿਹਾ, ਪਰ ਉਸ 'ਤੇ ਅਮਲ ਨਹੀਂ ਹੋ ਪਾਇਆ, ਫਿਰ ਕਿਸ ਦਾ ਕਸੂਰ ਹੋਏਗਾ? ਜਿਸਕਾ ਕੋਈ ਸਿੱਖ ਇਹ ਜਿਹੜਾ ਸਾਰਾ ਕਲੰਕ ਲੱਗਦਾ ਇੱਕ ਸਮਾਜ ਦਾ ਨਹੀਂ ਫਿਰ ਲੱਗਦਾ, ਇਹ ਸਿੱਖ ਸਿਧਾਂਤਾਂ ਨਾਲ ਉਂਗਲੀ ਉੱਠਦੀ ਆ। ਹਾਲਾਂਕਿ ਸਿੱਖ ਸਿਧਾਂਤਾਂ ਦੇ ਵਿੱਚ ਤਾਂ ਹੈ ਹੀ ਨਹੀਂ ਗੀ, ਪਰ ਸਿੱਖ ਸਿਧਾਂਤਾਂ ਕੁਛ ਹੋ ਹੀ ਜਾਂਦਾ ਗਾ। ਅਸੀਂ ਕਿਸ ਅਨੁਸਾਰ ਚੱਲਦੇ ਹਾਂ, ਸਮਾਜ ਦੇ ਅਨੁਸਾਰ ਕਿ ਧਰਮ ਦੇ ਅਨੁਸਾਰ? ਦੇਖੋ ਗੱਲ ਇਹ ਚੱਲਣਾ ਤਾਂ ਸਾਨੂੰ ਧਰਮ ਦੇ ਅਨੁਸਾਰ ਚੱਲਣਾ ਚਾਹੀਦਾ ਨਾ, ਕਿਉਂਕਿ ਗੁਰੂ ਸਾਹਿਬ ਸਾਨੂੰ ਦੱਸ ਕੇ ਗਏ ਨੇ, ਬਾਰ-ਬਾਰ ਉਹਨੇ ਦੇਖਿਆ ਵੀ ਤੁਸੀਂ ਇਹਦੇ ਮੁਤਾਬਕ ਚੱਲਣਾ ਤੇ ਅਮਲ ਕਰਨਾ। ਪਰ ਜੇ ਗੁਰੂ ਸਾਹਿਬ ਦੱਸ ਕੇ ਗਏ ਨੇ, ਫਿਰ ਜੇ ਨਿਹੰਗੇ ਕਹਿ ਦੇਣ ਕਿ ਸਾਨੂੰ ਵਿਤਕਰਾ ਹੁੰਦਾ ਹੈ, ਫਿਰ ਵਿਤਕਰਾ ਕਿਉਂ ਹੋ ਰਿਹਾ ਕਿ ਗੁਰੂ ਸਾਹਿਬ ਦੀ ਗੱਲ ਨਹੀਂ ਮੰਨਦੇ? ਉਹੀ ਗੱਲ ਕਰ ਰਹੇ ਨਾ, ਫਿਰ ਮਨੁੱਖੀ ਮਨ ਆ, ਸਮਾਜ ਆ। ਉਹ ਵੀ ਇੱਕ ਸਮਾਂ ਹੁੰਦਾ ਸੀ ਅਕਾਲ ਤਖਤ ਤੇ ਕਿਸੇ ਨੂੰ ਹੁਕਮ ਦਿੱਤਾ ਜਾਂਦਾ ਸੀ ਕਿ ਪੇਸ਼ ਹੋਣਾ ਪੈਣਾ, ਪੇਸ਼ ਹੁੰਦੇ ਸੀ, ਗੱਲ ਵੀ ਮੰਨੀ ਜਾਂਦੀ ਸੀ। ਫਿਰ ਆਪਾਂ ਕਹਿ ਸਕਦੇ ਹਾਂ ਕਿ ਅਕਾਲ ਤਖਤ ਸਾਹਿਬ ਤੇ ਜਥੇਦਾਰ ਕੋਲ ਇੰਨੀ ਹਿੰਮਤ ਹੀ ਨਹੀਂ ਗਈ ਕਿ ਉਹਨਾਂ ਨੂੰ ਬੁਲਾ ਕੇ ਗੱਲ ਪੁੱਛੀ ਜਾਵੇ ਸਾਰਿਆਂ ਸਾਹਮਣੇ ਵੀ ਸਾਡੀਆਂ ਜਿਹੜਾ ਧਾਰਮਿਕ ਸੰਸਥਾਵਾਂ ਦਾ ਹਾਲ ਕੀ ਬਣ ਗਿਆ। ਸਾਡਾ ਜਥੇਦਾਰ ਜਿਹੜਾ ਹੈਗਾ ਇਹ ਬੰਦੇ ਦਾ ਬੰਦਾ ਬਣ ਗਿਆ, ਕੋਈ ਆਜ਼ਾਦ ਫੈਸਲਾ ਲੈਣ ਦੀ ਸ਼ਕਤੀ ਨਹੀਂ ਗੀ। ਕਿ ਜੇ ਅਸੀਂ ਗੁਰੂ ਦੇ ਬੰਦੇ ਨਹੀਂ ਬਣ ਸਕੇ, ਫਿਰ ਜੇ ਸਿੱਖਾਂ ਨਾਲ ਦਲਿਤਾਂ ਦਾ ਮੁੱਦਾ ਸਾਹਮਣੇ ਕੋਈ ਛੋਟੀ ਗੱਲ ਨਹੀਂ, ਕਿਸੇ ਬਹੁਤ ਵੱਡੀ ਗੱਲ ਸੀ। ਫਿਰ ਜਥੇਦਾਰ ਸਾਹਿਬ ਨੂੰ ਕਿਉਂ ਨਹੀਂ ਸਵਾਲ ਕੀਤਾ ਗਿਆ? ਤੁਸੀਂ ਕਹਿੰਦੇ ਆਫ ਦੀ ਰਿਕਾਰਡ ਤੇ ਗੱਲ ਹੋ ਗਈ, ਇਹ ਜਥੇਦਾਰ ਸਾਹਿਬ ਨੂੰ ਕਿਉਂ ਨਹੀਂ ਸਵਾਲ ਪਾਇਆ ਗਿਆ ਉੱਥੇ? ਉਹ ਕਹਿੰਦੇ ਜਥੇਦਾਰ ਸਾਹਿਬ ਇਹੀ ਕਹਿੰਦੇ ਵੀ ਕੋਈ ਨਹੀਂ, ਮੇਰੀ ਗੱਲ ਚੱਲ ਰਹੀ ਆ, ਮੈਂ ਬੁਲਾਊਂਗਾ, ਇਹ ਆਪਾਂ ਮਸਲਾ ਪਿਆਰ ਨਾਲ ਹੱਲ ਕਰਨ ਵਾਲਾ, ਇਹ ਨਹੀਂ ਜਲਦੀ ਹੱਲ ਕਰਨ ਵਾਲਾ। ਉਹ ਕਹਿੰਦਾ ਵੀ ਨਿਹੰਗ ਸਿੰਘ ਦਾ ਕਹਿੰਦੇ ਆ ਵੀ ਸਾਡੀ ਜੀ ਮਰਿਆਦਾ ਗਈ, ਲੰਬੇ ਸਮੇਂ ਤੋਂ ਚੱਲ ਰਹੀ ਆ, ਅਸੀਂ ਕਿਵੇਂ ਬਦਲ ਦਾਂਗੇ? ਇੱਕ ਬੰਦੇ ਦੇ ਬਦਲਣ ਦਾ ਕੰਮ ਨਹੀਂ ਹੈਗਾ। ਉਹ ਗੁਰੂ ਕੀ ਸਿੰਘ ਹੋਏ, ਤੁਸੀਂ ਹੁਣੇ ਗੱਲ ਕਹੀ ਆ ਗੁਰੂ ਸਿੰਘ ਬਣ ਜਾਓ, ਉਹ ਗੁਰੂ ਸਿੰਘ ਤਾਂ ਨਹੀਂ ਹੋਏ ਨਾ। ਫਿਰ ਜੇ ਤੁਸੀਂ ਕਹਿ ਰਹੇ ਹੋ ਸਮਾਜ ਵਿੱਚ ਦਿਸ਼ਾ, ਸਮਾਜ ਦੀ ਅੱਖ ਦੇਖਣ ਦੀ ਲੱਗ ਹੈ, ਧਰਮ ਸਭ ਨੂੰ ਇੱਕ ਜਗ੍ਹਾ ਦਿੰਦਾ, ਸਭ ਨੂੰ ਸਿੱਖ ਕਹਿੰਦਾ, ਫਿਰ ਉਹਨਾਂ ਦਾ ਕਸੂਰ ਹੈਗਾ ਜਿਹੜੇ ਕਹਿ ਨੇ ਕਿ ਅਸੀਂ ਬਦਲ ਨਹੀਂ ਸਕਦੇ। ਤਾਂ ਫਿਰ ਹੁਣ ਤੁਸੀਂ ਆਪੇ ਵਿਆਖਿਆ ਕਰ ਦਿਓ, ਜਿਹੜੇ ਮੈਂ ਤੁਹਾਨੂੰ ਦੱਸਤੀ ਤੁਸੀਂ ਮੇਰੇ ਸ਼ਬਦਾਂ ਤੋਂ ਆਪੇ ਪੁੱਛ ਲਓ, ਮੇਰੇ ਮੂੰਹੋਂ ਕੋ ਕਿਉਂ ਰਹੇ ਆ? ਫਿਰ ਕੱਲ ਨੂੰ ਜਥੇਦਾਰ ਸਾਹਿਬ ਦਾ ਕੋਈ ਵੀ ਹੁਕਮ ਜੇ ਲਾਣਾ ਹੋਵੇ, ਉਹੀ ਦਲਿਤ ਸਿੱਖਾਂ ਨੂੰ ਉਹ ਮੰਨ ਲੈਣਗੇ? ਫਿਰ ਦੇਖੋ ਨਹੀਂ ਮੰਨਣਗੇ, ਕਿਉਂਕਿ ਅਗਲਾ ਨੇ ਸਾਡਾ ਮਸਲਾ ਨਹੀਂ ਹੱਲ ਕੀਤਾ। ਇਹ ਤਾਂ ਪਹਿਲਾਂ ਕਹਿੰਦੇ ਆ ਪਿੰਡਾਂ ਦੇ ਵਿੱਚ ਈਸਾਈ ਇੰਨੇ ਸਰਗਰਮ ਨੇ, ਈਸਾਈ ਪਾਸਟਰ, ਈਸਾਈ ਪਾਦਰੀ, ਉਹ ਧੜਾ ਧੜ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਸੀ, ਹੁਣ ਮਾਲਵੇ ਦੇ ਪਿੰਡਾਂ 'ਚ ਉਤਰੇ ਹੋਏ ਨੇ, ਉਹ ਵਰਗ ਈਸਾਈ ਬਣ ਰਿਹਾ। ਅਸੀਂ ਚਿੰਤਾ ਜ਼ਾਹਰ ਕਰ ਰਹੇ ਹਾਂ ਵੀ ਜਿਹਨਾਂ ਨੂੰ ਨਾ ਸਿੱਖੀ ਦੇ ਨਾਲ ਨਾ ਜੋੜਿਆ ਤੇ ਮੁੱਦੇ ਦੇ ਮਸਲੇ 'ਚ ਨਾ ਐਸਜੀਪੀਸੀ ਕੀ ਕਰਦੀ ਪਈ ਹੈ, ਜਥੇਦਾਰ ਸਾਹਿਬ ਕੀ ਕਰਦੇ ਕਰ ਰਹੇ, ਉਹ ਤਾਂ ਤੁਹਾਨੂੰ ਪਹਿਲਾਂ ਦੱਸ ਕੇ ਹਟੇ ਵੀ ਹਰ ਸਿੱਖ ਨੂੰ, ਆਮ ਸਿੱਖ ਨੂੰ, ਪੰਥਕ ਸੋਚ ਵਾਲੇ ਸਿੱਖਾਂ ਨੂੰ ਸਪਸ਼ਟ ਹੋ ਚੁੱਕਿਆ। ਪੰਜਾਬ ਦੇ ਵਿੱਚ ਦਲਿਤਾਂ ਨੂੰ ਲੈ ਕੇ, ਜਾਂ ਕਹਿ ਲਈਏ ਕਿ ਹਿੰਦੁਸਤਾਨ ਨੂੰ ਦਲਿਤਾਂ ਨੂੰ ਲੈ ਕੇ ਹਮੇਸ਼ਾ ਹੀ ਮੁੱਦੇ ਉੱਠਦੇ ਆਏ ਨੇ। ਕੀ ਸੰਵਿਧਾਨ ਵਿੱਚ ਲਿਖਿਆ ਗਿਆ ਕਿ ਸਿੱਖ ਦਲਿਤ ਨੇ? ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਨਹੀਂ ਲਿਖਿਆ ਗਿਆ ਕਿ ਸਿੱਖ ਦਲਿਤ ਨੇ ਸਭ ਨੂੰ ਇੱਕੋ ਹੀ ਦਰਜਾ ਦਿੱਤਾ ਗਿਆ ਹੈ। ਜਦੋਂ ਆਪਾਂ ਸਮਾਜ ਦੀ ਗੱਲ ਕਰਨੇ ਆ, ਸਮਾਜ ਵਿੱਚ ਅਲੱਗ-ਅਲੱਗ ਤਰੀਕੇ ਨਾਲ ਬੰਦਿਆਂ ਨੂੰ ਪਛਾਣਿਆ ਜਾਂਦਾ ਹੈ, ਕੋਈ ਜਾਤ ਨਾਲ ਪਛਾਣਦਾ, ਕੋਈ ਨਾਮ ਨਾਲ ਪਛਾਣਿਆ ਜਾਂਦਾ ਹੈ। ਇਹ ਸਮੱਸਿਆ ਬਣੀ ਹੋਈ ਹੈ। ਉਹ ਸਭ ਤੋਂ ਵੱਡਾ ਸਵਾਲ ਹੈ ਕਿ ਜਦੋਂ ਕਿਸੇ ਵਿਅਕਤੀ ਨਾਲ ਦਲਿਤ ਲੱਗ ਜਾਂਦਾ ਹੈ, ਉਸ ਨੂੰ ਸੰਵਿਧਾਨਿਕ ਸਹੂਲਤਾਂ ਮਿਲਦੀਆਂ ਨੇ, ਤੇ ਦੂਸਰੇ ਪਾਸੇ ਕੀ ਉਸ ਨੂੰ ਧਰਮ ਵੀ ਇਹ ਸਹੂਲਤਾਂ ਦਿੰਦਾ ਹੈ। ਇਹ ਕਿਤੇ ਨਾ ਕਿਤੇ ਸ਼ਸ਼ੋਭਾਨ ਵੀ ਬਣਿਆ ਹੋਇਆ ਹੈ। ਸਾਨੂੰ ਰਜਿੰਦਰ ਸਿੰਘ ਰਾਹੀ ਨਾਲ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ, ਸ਼ੁਰੂਆਤ ਕਰਾਂਗੇ। ਇੱਕ ਚਰਚਾ ਵੀ ਹੋਈ ਸੀ ਉਸ ਤੋਂ ਪਹਿਲਾਂ ਕਿ ਜਦੋਂ ਨਿਹੰਗਾਂ ਨੇ ਗੱਲ ਕਹੀ ਸੀ ਕਿ ਜਦੋਂ ਉਹ ਦਲਿਤ ਨਿਹੰਗ ਹੈਗੇ ਸੀ, ਉਹਨਾਂ ਨੇ ਗੱਲ ਕਹੀ ਸੀ ਕਿ ਜਦੋਂ ਉਹ ਅੰਮ੍ਰਿਤ ਛਕਦੇ ਨੇ ਤਾਂ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ, ਉਹਨਾਂ ਦੇ ਭਾਂਡੇ ਜਿਹੜੇ ਨੇ ਉਹ ਅਲੱਗ ਕੀਤੇ ਜਾਂਦੇ ਨੇ। ਇਸ ਤੋਂ ਬਾਅਦ ਇਹ ਆਵਾਜ਼ ਗਿਆਨੀ ਹਰਪ੍ਰੀਤ ਸਿੰਘ ਕੋਲ ਗਈ ਸੀ, ਜਥੇਦਾਰ ਕੋਲ, ਉੱਥੇ ਇੱਕ ਚਿੱਠੀ ਭੇਜੀ ਗਈ ਸੀ ਕਿ ਇਸ ਦਾ ਕੋਈ ਹੱਲ ਕੀਤਾ ਜਾਵੇ। ਰਜਿੰਦਰ ਕੋਲ ਆਪਾਂ ਜਾਣਾਂਗੇ ਕਿ ਇਹ ਸਾਰੇ ਸਮੀਖਿਆ ਨੂੰ ਜਾਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਨੇ। ਰਜਿੰਦਰ ਸਿੰਘ ਜੀ, ਪਹਿਲਾਂ ਮੇਰਾ ਸਵਾਲ ਹੈ ਕਿ ਸਿੱਖ ਦਲਿਤ ਨੇ, ਕਿਤੇ ਲਿਖਿਆ ਕਿ ਸੰਵਿਧਾਨ ਦੇ ਵਿੱਚ ਕੀ ਸਿੱਖ ਦਲਿਤ ਨੇ? ਦੇਖੋ ਜੀ, ਜਿਹੜਾ ਪਹਿਲਾਂ ਵੀ ਗੱਲ ਹੋਈ ਹੈ, ਇਹ ਜਿਹੜਾ ਸਿੱਖ ਧਰਮ ਹੋਰ ਚੀਜ਼ ਆ, ਸਿੱਖ ਸਿਧਾਂਤ ਹੋਰ ਚੀਜ਼ ਆ, ਸਿੱਖ ਸਮਾਜ ਹੋਰ ਚੀਜ਼ ਆ। ਜਦੋਂ ਤੁਸੀਂ ਸਾਰਿਆਂ ਨੂੰ ਰਲ ਗੱਡ ਕਰੋਗੇ ਤਾਂ ਉਹ ਰਲ ਗੱਡ ਕਰਨ ਦੇ ਵਿੱਚ ਕਈ ਗੱਲਾਂ ਦੇ ਭੁਲੇਖੇ ਪੈ ਜਾਂਦੇ ਆ। ਸਿੱਖ ਜਿਹੜਾ ਸਿਧਾਂਤ ਆ ਗੁਰੂ ਸਾਹਿਬਾਨ ਨੇ ਜਿਹੜਾ ਸਿਰਜਿਆ ਹੈਗਾ ਸਾਰਾ ਕੁਛ, ਉਹਦੇ ਵਿੱਚ ਕਿਤੇ ਵੀ ਕੋਈ ਦਲਿਤ ਊਚ ਨੀਚ ਕੋਈ ਵਹਿ ਨਹੀਂ, ਸਾਰਿਆਂ ਨੂੰ ਉਹਨੇ ਬਰਾਬਰੀ ਦਿੱਤੀ ਹੈ। ਇੱਕੋ ਵੱਟ 'ਚ ਅੰਮ੍ਰਿਤ ਛਕਾਇਆ, ਪਹਿਲਾਂ ਲੰਗਰ ਦੀ ਪਰੰਪਰਾ ਚਲਾਈ, ਸੰਗਤ ਦੀ ਪੰਗਤ ਦੀ ਹੋਈ, ਉਹ ਇੱਕ ਵੱਖਰਾ ਇੱਕ ਵੱਡਾ ਇਨਕਲਾਬ ਗੁਰੂ ਸਾਹਿਬ ਨੇ ਕੀਤਾ। ਉਸ ਤੋਂ ਬਾਅਦ ਜਦੋਂ ਇੱਕ ਸਿੱਖ ਉਹਨਾਂ ਦੇ ਸਿਧਾਂਤਾਂ ਅਨੁਸਾਰ ਇੱਕ ਸਮਾਜ ਸਿਰਜਿਆ ਗਿਆ, ਉਹਨੂੰ ਮੰਨਣ ਵਾਲੇ, ਸਿਧਾਂਤ ਨੂੰ ਮੰਨਣ ਵਾਲੇ ਇੱਕ ਸਮਾਜ ਦੇ ਰੂਪ ਸੰਗਠਿਤ ਹੋਏ। ਉਹ ਸੰਗਠਿਤ ਹੋਣ ਦੇ ਨਾਲ ਪਹਿਲਾਂ ਤਾਂ ਮੰਨ ਕੇ ਚੱਲਣਾ ਪਊ ਵੀ ਗੁਰੂ ਸਾਹਿਬਾਨ ਨੇ ਜਦੋਂ ਆਪਣੇ ਮਤਲਬ ਸ਼ੁਰੂ ਤੋਂ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਵੱਖ-ਵੱਖ ਜਾਤਾਂ ਨੂੰ, ਵੱਖ-ਵੱਖ ਵਰਗਾਂ ਨੂੰ, ਵੱਖ-ਵੱਖ ਧਰਮ ਦੇ ਬੰਦਿਆਂ ਨੂੰ ਇੱਕ ਧਰਮ ਦੇ ਸਿਧਾਂਤਾਂ ਅਨੁਸਾਰ ਇਕੱਠਾ ਕੀਤਾ, ਅਤੇ ਉਹਨਾਂ ਦੇ ਵਿੱਚੋਂ ਇਹ ਕੋਸ਼ਿਸ਼ ਕੀਤੀ ਵੀ ਉਹਨਾਂ ਨੇ ਤਾਂ ਕਿ ਸਾਰੇ ਵਿਤਕਰੇ ਮਿਟ ਕੇ ਉਹਨਾਂ ਵਿੱਚੋਂ ਊਚ ਨੀਚ ਦਾ ਫਰਕ ਮਿਟ ਜੇ, ਉਹ ਸਾਰੇ ਭਰਾ ਹੋਣ, ਆਪਣੇ ਆਪ ਨੂੰ ਸਿੱਖ ਕਹਾਉਣ, ਉਹਨਾਂ 'ਤੇ ਹੋਵੇ।
ਸਾਰਾ ਕੁਛ 10ਵੇਂ ਪਾਤਸ਼ਾਹ ਤੱਕ ਇਹ ਸਾਰਾ ਕੁਛ ਚੱਲਿਆ। ਉਹਨੇ ਇੱਕੋ ਵੱਟ 'ਚ ਅੰਮ੍ਰਿਤ ਛਕਾ ਕੇ ਉਹਨਾਂ 'ਚੋਂ ਜਿਹੜੀ ਕੋਈ ਭੇਦਭਾਵ ਸੀਗਾ, ਉਹ ਝੂਠ ਮੀਠ ਮੰਨਦੇ ਸੀ, ਛੂਤ ਛੱਤ ਮੰਨਦੇ ਸੀ, ਉਹ ਵੀ ਖਤਮ ਕਰਤੀ। ਪਰ ਦੁਖਦਾਈ ਪਹਿਲੂ ਇਹ ਆ, ਇਹਨੂੰ ਜਦੋਂ ਅਸੀਂ ਪ੍ਰਵਾਨ ਕਰ ਲਾਂਗੇ ਤਾਂ ਉਦੋਂ ਮਤਲਬ ਇਹਦੇ ਵੱਲ ਅਸੀਂ ਬਿਮਾਰੀ ਦਾ ਇਲਾਜ ਕਰਨ ਵੱਲ ਵੀ ਤੁਰ ਪਾਂਗੇ। ਇਹ ਉਦੋਂ ਬਾਅਦ ਕਿਸੇ ਨਾ ਕਿਸੇ ਢੰਗ ਨਾਲ ਫਿਰ ਸਾਡੇ ਕੋਲੇ ਸਿੱਖ ਸਮਾਜ ਦੇ ਵਿੱਚ ਇਹ ਸਾਰੀ ਬਿਮਾਰੀ ਫੈਲ ਗਈ। ਸਰਦਾਰ ਜਗਜੀਤ ਸਿੰਘ ਜਿਹੜੇ ਮਤਲਬ ਸਿੱਖ ਇਨਕਲਾਬ ਕਰਤਾ ਪੁਸਤ ਦੇ ਹੈਗੇ ਨੇ, ਕਰਤਾ ਨੇ, ਉਹ ਇਹ ਕਹਿੰਦੇ ਨੇ ਵੀ 1760 ਤੋਂ ਬਾਅਦ ਸਾਡੇ 'ਚ ਦੁਬਾਰੇ ਆ ਗਈ। ਉਹਦਾ ਵਿਸ਼ਲੇਸ਼ਣ ਕਰਦੇ ਨੇ, ਜਦੋਂ ਉਹਦੀਆਂ ਜੜ੍ਹਾਂ ਲੱਭਦੇ ਨੇ, ਉਹ ਕਹਿੰਦੇ ਵੀ ਜਿਹੜਾ ਸਾਡਾ ਸਮਾਜ ਆਇਆ ਸੀ, ਸਾਡੀਆਂ ਜਿਹੜੀਆਂ ਮਤਲਬ ਅਸੀਂ ਹਿੰਦੂ ਵਰਗ 'ਚੋਂ ਕਨਵਰਟ ਹੋ ਕੇ ਸਿੱਖਾਂ 'ਚ ਆਏ ਹਾਂ, ਜਿਹਦੇ ਕਰਕੇ ਸਾਡੇ 'ਚ ਉਹੀ ਸੰਸਕਾਰ, ਉਹੀ ਦੁਬਾਰਾ ਸਾਡੀਆਂ ਜਿਹੜੀਆਂ ਸੋਚ ਸੀਗੀ, ਉਹ ਅਸੀਂ ਸੰਸਕਾਰ ਪੂਰੀ ਤਰ੍ਹਾਂ ਸਾਡੇ ਅੰਦਰੋਂ ਧੋਤੇ ਨਹੀਂ ਗਏ। ਕਿਉਂ ਗੁਰੂ ਸਾਹਿਬ ਇੱਥੋਂ ਰੁਖਸਤ ਹੋ ਗਏ, ਜਿਹਦੇ ਕਰਕੇ ਭਾਵੇਂ ਸਾਡੇ ਕੋਲ ਗੁਰਬਾਣੀ ਮੌਜੂਦ ਰਹੀ, ਗੁਰੂ ਗ੍ਰੰਥ ਸਾਹਿਬ, ਪਰ ਹੁਣ ਇਹ ਤਾਂ ਬੰਦੇ ਦੇ ਮੰਨਣ 'ਤੇ ਆ ਨਾ ਵੀ ਗੁਰੂ ਦੇ ਉਹ ਕਿੰਨੀ ਕੁ ਮੰਨਦਾ, ਕਿੰਨਾ ਕੁ 'ਤੇ ਰੰਗ ਚੜ੍ਹਦਾ। ਉਹ ਕਹਿੰਦੇ ਵੀ ਸਾਡੀਆਂ ਹਿੰਦੂਆਂ ਦੇ ਨੇੜੇ ਜੜ੍ਹਾਂ ਹੋਣ ਕਰਕੇ ਸਾਡੇ 'ਤੇ ਜਾਤ ਪਾਤ ਵਾਲਾ ਰੰਗ ਦੁਬਾਰੇ ਉਹੀ ਫੇਰ ਚੜ੍ਹ ਗਿਆ, ਉਹੀ ਸੂਤ ਸਾਤ, ਉਹੀ ਭਿੱਟ, ਉਹੀ ਫਿਰ ਉਦੋਂ ਬਾਅਦ ਜਿਹੜੀਆਂ ਸਿੰਘ ਸਭਾ ਲਹਿਰ ਨੇ ਹਟਾਈਆਂ ਕੁਰੀਤੀਆਂ ਵੀ ਬੁੱਤਾਂ ਦੀ ਪੂਜਾ ਕਰਨੀ, ਮੜੀਆਂ ਦੀ ਪੂਜਾ ਕਰਨੀ, ਹੋਰ ਰਸਮੋ ਰਿਵਾਜ ਜਿਹੜੇ ਸੀਗੇ ਦੇਵੀ ਦੇਵਤਾ ਨੂੰ ਮੰਨੀ ਜਾਣੇ, ਕਲਪਤ ਭੂਤਾਂ ਪੁਰਖਾਂ ਨੂੰ ਮੰਨਣ ਜਾਣਾ, ਉਹਦਾ ਸਿੱਖ ਸਮਾਜ ਉਦੋਂ ਬਾਅਦ ਸ਼ਿਕਾਰ ਹੁੰਦਾ ਗਾ। ਸੋ ਇਸੇ ਤਰ੍ਹਾਂ ਹੀ ਇਹ ਜਿਹੜਾ ਦਲਿਤ ਸ਼ਬਦ ਹੈਗਾ, ਉਹ ਸਿੱਖ ਧਰਮ ਦੇ ਵਿੱਚ ਕਿਤੇ ਨਹੀਂ ਗਾ, ਸਿੱਖ ਸਿਧਾਂਤ 'ਚ ਕਿਤੇ ਨਹੀਂ ਗਾ, ਕਿਉਂਕਿ ਸਮਾਜ ਆ, ਸਿੱਖ ਸਮਾਜ ਹੋਰ ਚੀਜ਼ ਆ, ਸਿੱਖ ਸਿਧਾਂਤ ਹੋਰ ਚੀਜ਼ ਆ। ਸਮਾਜ ਆ ਜ਼ਰੂਰੀ ਨਹੀਂ ਵੀ ਕਿਸੇ ਸਿਧਾਂਤ ਅਨੁਸਾਰ ਚੱਲੇ। ਸਮਾਜ ਦੀ ਆਪਣੀ ਇੱਕ ਡਾਇਨਾਮਿਕਸ ਹੁੰਦੀ ਆ, ਉਹਦੇ 'ਚ ਆਪਣੇ ਵੱਖਰੇ ਰਿਲੇਸ਼ਨ ਹੁੰਦੇ ਨੇ, ਇਕਨੋਮਿਕ ਰਿਲੇਸ਼ਨ ਹੁੰਦੇ ਨੇ, ਇਕਨੋਮਿਕ ਕੰਟਰਾਡਿਕਸ਼ਨ ਹੁੰਦੀਆਂ, ਵੱਖੋ ਵੱਖਰੇ ਬੰਦਿਆਂ ਦੀਆਂ ਹੋਰ ਤਰ੍ਹਾਂ ਦੇ ਸੰਬੰਧ ਹੁੰਦੇ ਨੇ। ਸੋ ਸਮਾਜ ਨੇ ਹੋਰ ਢੰਗ ਨਾਲ ਚੱਲਣਾ। ਉਹ ਸਮਾਜ ਦੇ ਵਿੱਚ ਜਿਹੜਾ ਇਹ ਵਰਗ ਆ, ਇਹਨੂੰ ਪਹਿਲਾਂ ਜਿਹੜੀ ਪਛਾਣ ਸੀਗੀ, ਆਮ ਤੌਰ 'ਤੇ ਜਾਤੀ ਪਛਾਣ ਜਾਣੀ ਜਾਂਦੀ ਸੀਗੀ ਵੀ ਇਹ ਚੂੜਾ ਗਾ, ਇਹ ਚਮਿਆਰ ਆ, ਇਹ ਗੱਲ ਕਹੀ ਜਾਂਦੀ ਸੀ। ਤੇ ਬਾਅਦ ਦੇ ਵਿੱਚ ਸਿੱਖਾਂ ਲਈ ਵੀ ਸਮੱਸਿਆ ਆਈ, ਜਦੋਂ ਸੋਸ਼ੋਲੋਜੀਕਲ ਪ੍ਰੋਗਰਾਮ ਲੈ ਕੇ ਆਏ ਨੇ, ਆਪਣਾ ਸੋਸ਼ੋਲੋਜੀ ਪ੍ਰੋਗਰਾਮ ਲੈ ਕੇ ਆਏ ਨੇ ਵੀ ਅਸੀਂ ਇਹਨੂੰ ਉੱਪਰ ਚੁੱਕਣਾ, ਆਪਣੇ ਬਰਾਬਰ ਕਰਨਾ, ਕਿਉਂਕਿ ਸਿੱਖੀ ਦੇ ਵਿੱਚ ਤਾਂ ਸਾਰੀ ਬਰਾਬਰੀ ਆ, ਕਿਤੇ ਵੀ ਇਹਨਾਂ ਤੋਂ ਹੋਏ ਨਹੀਂ। ਤਾਂ ਉਹ ਇਹਨਾਂ ਲਈ ਕੋਈ ਪਛੜੀਆਂ ਸ਼੍ਰੇਣੀਆਂ ਵਰਤਣਾ, ਕਿ ਉਹਨੂੰ ਨਿਸ਼ਾਨਦੇਹੀ ਤਾਂ ਕਰਨੀ ਸੀ ਨਾ, ਉਹਨੂੰ ਪਛਾਣਨਾ ਤਾਂ ਸੀਗਾ ਨਾ, ਜਿਹੜੇ ਲੇਅਰ 'ਚ ਹੁੰਦੀਆਂ ਸਮਾਜ ਦੀਆਂ। ਜਦੋਂ ਤੁਸੀਂ ਉਹਨੂੰ ਪਛਾਣੋਗੇ ਫਿਰ ਕਿਵੇਂ? ਉਹ ਪਛਾਣਨ ਦੀ ਖਾਤਰ ਉਹ ਜੂਝਦੇ ਰਹੇ ਦਿੱਕਤ ਨਾਲ ਵੀ ਇਹਨੂੰ ਪਛਾਣੀਏ ਕਿਵੇਂ, ਇਹਦੀ ਨਿਸ਼ਾਨਦੇਹੀ ਕਿਵੇਂ, ਤਾਂ ਕਿ ਉਹਨੂੰ ਆਪਣੇ ਬਰਾਬਰ ਜਿੱਥੇ ਦਾ ਕੋਈ ਵਿਤਕਰਾ ਹੁੰਦਾ, ਚਾਹੇ ਜਾਤੀ ਆਧਾਰ 'ਤੇ ਹੁੰਦਾ, ਚਾਹੇ ਇਕਨੋਮਿਕ ਕੰਡੀਸ਼ਨ ਦੀ ਕਮਜ਼ੋਰ ਆ, ਉਹਨੂੰ ਕੋਈ ਸਹੂਲਤਾਂ ਦੇਣੀਆਂ, ਕੋਈ ਕਿਸੇ ਕਿਸਮ ਦੀ ਕੋਈ ਰਿਜ਼ਰਵੇਸ਼ਨ ਕਰਨੀ ਆ, ਉਹ ਪਛਾਣੀਏ ਕਿਵੇਂ। ਸ਼੍ਰੋਮਣੀ ਕਮੇਟੀ ਦਾ 50 ਸਾਲਾ ਇਤਿਹਾਸ ਛਪਿਆ ਹੋਇਆ। ਜਦੋਂ ਤੁਸੀਂ ਉਹਦੇ ਮਤੇ ਪੜ੍ਹੋਗੇ ਬਾਰ-ਬਾਰ, ਉਹ ਮਤਾ ਤਾਂ ਤੁਹਾਨੂੰ ਪਤਾ ਲੱਗ ਜਾਓ ਕਿਵੇਂ ਜੂਝਦੇ ਨੇ। ਕਿਤੇ ਉਹ ਅਖੌਤੀ ਪਛੜੀਆਂ ਸ਼੍ਰੇਣੀਆਂ, ਅਖੌਤੀ ਨੀਵੇਂ ਜਾਤਾਂ ਕਹਿੰਦੇ ਨੇ, ਕਿਤੇ ਉਹ ਪਛੜੀਆਂ ਸ਼੍ਰੇਣੀਆਂ ਕਹਿੰਦੇ ਨੇ। ਸਮਝ ਉਹਨੂੰ ਵੀ ਲੱਗ ਰਹੀ, ਉਹਨੂੰ ਐ ਵੀ ਯਾਰ ਕਹਿ ਕੇ ਸੰਬੋਧਨ ਕਿਵੇਂ ਹੋਈ ਹੈ, ਨਿਸ਼ਾਨਦੇਹੀ ਕਿਵੇਂ ਕਰਗੇ। ਸੋ ਇਸੇ ਤਰ੍ਹਾਂ ਹੀ ਫਿਰ ਜਦੋਂ 1947 ਤੋਂ ਬਾਅਦ ਸੰਵਿਧਾਨ ਬਣਿਆ, ਸੰਵਿਧਾਨ ਦੇ ਬਾਅਦ ਇਹਨੂੰ ਸ਼ਡਿਊਲਡ ਕਾਸਟ ਕਹਿੰਦਾ, ਸ਼ਡਿਊਲਡ ਕਾਸਟ ਐਂਡ ਸ਼ਡਿਊਲਡ ਟ੍ਰਾਈਬਜ਼, ਸੂਚੀਬੱਧ ਜਾਂ ਪੱਟੀਦਾਰ ਜਾਤਾਂ ਕਹਿਣ ਲੱਗੇ ਤੁਹਾਨੂੰ ਆਮ ਤੌਰ 'ਤੇ। ਇੱਥੇ ਪੰਜਾਬ ਦੇ ਵਿੱਚ ਸਮੱਸਿਆ ਆਈ ਸਿੱਖ ਸਮਾਜ ਦੇ ਸਾਹਮਣੇ, ਸਿੱਖ ਪੋਲੀਟਿਕਸ ਦੇ ਸਾਹਮਣੇ, ਸਿੱਖ ਲੀਡਰਾਂ ਦੇ ਸਾਹਮਣੇ ਵੀ ਅਸੀਂ ਦਾਅਵਾ ਕਰਦੇ ਰਹੇ ਵੀ ਸਿੱਖ ਸਮਾਜ ਦੇ ਵਿੱਚ ਸਾਡੇ 'ਚ ਕੋਈ ਜਾਤ ਪਾਤ ਹੈ ਨਹੀਂ, ਜਿਸ ਕਰਕੇ ਜਿਹੜਾ ਇਹ ਵਰਗ ਆ, ਅਖੌਤੀ ਨੀਵੇਂ ਜਾਤਾਂ, ਸੂਤ ਵਰਗ ਨੂੰ ਕਿਹਾ ਜਾਂਦਾ ਸੀਗਾ, ਇਹ ਜਿਹੜੀਆਂ ਸਹੂਲਤਾਂ ਸੰਵਿਧਾਨ ਦਿੰਦਾ ਸੀ ਜਾਂ ਅੰਗਰੇਜ਼ਾਂ ਨੇ ਦਿੱਤੀਆਂ ਰਿਜ਼ਰਵੇਸ਼ਨ ਦੀਆਂ, ਚੋਣਾਂ ਦੇ ਵਿੱਚ ਉਹਨੂੰ ਵੋਟ ਬਣਾਉਣ ਦੀਆਂ, ਉਹ ਤੋਂ ਵਾਂਝਾ ਰਹਿ ਗਿਆ। ਜਿਹਦੇ ਕਰਕੇ ਵਾਂਝਾ ਰਹਿ ਗਿਆ ਤਾਂ 1931 ਦੀ ਜਦੋਂ ਮਰਦਮਸ਼ੁਮਾਰੀ ਆਈ, ਅਤੇ 1931 ਦੀ ਮਰਦਮਸ਼ੁਮਾਰੀ ਦੇ ਵਿੱਚ 3.5 ਲੱਖ ਸੂਤ ਸਿੱਖ ਧਰਮ ਪਰਿਵਰਤਨ ਕਰ ਗਏ, ਸਿੱਖੀ ਤੋਂ ਨਿਕਲ ਗਏ। ਇਹ ਸਿੱਖ ਲੀਡਰਸ਼ਿਪ ਸਾਹਮਣੇ ਬੜੀ ਸਮੱਸਿਆ ਆ ਗਈ। ਫਿਰ ਉਹਨੂੰ ਰੱਖਿਆ ਕਿਵੇਂ ਜਾਵੇ? ਫਿਰ ਉਹਨੂੰ ਖੀਰ ਨੂੰ ਹਕੀਕਤ ਨੂੰ ਪ੍ਰਵਾਨ ਕਰਨਾ ਪੈਗਾ। ਪਹਿਲਾਂ ਦਾਅਵੇ ਵੱਡੇ ਕਰਦੇ ਰਹੇ, ਹਕੀਕਤ ਹੋਰ ਸੀ। ਜਦੋਂ ਹਕੀਕਤ 'ਚ ਫਿਰ ਉਹ ਡਾਕਟਰ ਅੰਬੇਡਕਰ ਸਾਹਿਬ ਕੋਲੇ ਗਏ, ਮਾਸਟਰ ਤਾਰਾ ਸਿੰਘ ਹੋਣੀ, ਊਧਮ ਸਿੰਘ ਨਾਗੋਕੇ, ਗੁਰਮੁਖ ਸਿੰਘ ਮੁਸਾਫਰ, ਗਿਆਨੀ ਕਰਤਾਰ ਸਿੰਘ, ਉਹਨਾਂ ਨੇ ਗਾਹਾਂ ਰੱਖਿਆ ਸਰਦਾਰ ਪਟੇਲ ਕੋਲੇ ਮਾਮਲਾ। ਕੋ ਪਟੇਲ ਸੰਵਿਧਾਨ ਕਮੇਟੀ ਦਾ ਮੁਖੀ ਸੀਗਾ ਸਾਰਾ, ਵੀ ਸਾਡੇ ਜਿਹੜੇ ਹੈਗੇ ਆ ਸਿੱਖ, ਸਾਡੇ ਇੱਕ ਵਰਗ ਹੈਗਾ, ਸਾਡੇ 'ਚ ਪੂਰੀ ਤਰ੍ਹਾਂ ਜਾਤ ਪਾਤ ਖਤਮ ਨਹੀਂ ਹੋਈ, ਉਹ ਪਛੜਿਆ ਵਰਗ ਆ, ਉਹਨੂੰ ਅਸੀਂ ਉਹ ਕਰੋ। ਉੱਥੇ ਫਿਰ ਨੇ ਉਹਨਾਂ ਨੂੰ ਜਿਹੜੀ ਨਿਸ਼ਾਨਦੇਹੀ ਕੀਤੀ, ਉਹਨਾਂ ਦੀ ਨਿਸ਼ਾਨਦੇਹੀ ਪਛੜੀਆਂ ਸ਼੍ਰੇਣੀਆਂ ਵਜੋਂ ਕੀਤੀ ਵੀ ਸਿੱਖਾਂ ਦੇ ਵਿੱਚ ਕੁਛ ਪਛੜੀਆਂ ਸ਼੍ਰੇਣੀਆਂ, ਇਹ ਪਛੜੀਆਂ ਸ਼੍ਰੇਣੀਆਂ ਵਜੋਂ ਸਿੱਖਾਂ ਦੇ ਦਰਜ ਹੋਏ, ਉਹੀ ਸ਼ਡਿਊਲਡ ਕਾਸਟ ਕਹਿ ਲਓ, ਅਸੂਚਿਤ ਜਾਤੀਆਂ ਕਹਿ ਲਓ। ਉਹਦੇ ਵਿੱਚ ਇਹਨੇ ਖੁਦ ਜਾ ਕੇ ਸੰਵਿਧਾਨ ਕੋਲੇ ਦਰਜ ਕਰਾਇਆ। ਜੇ ਕਿਤੇ ਨਾ ਇਹ ਗਲਤੀ ਆਪਣੀ ਪ੍ਰਵਾਨ ਕਰਕੇ ਉੱਥੇ ਜਾਂਦੇ, ਤੇ ਹੋ ਸਕਦਾ ਇਹਨਾਂ ਨੂੰ ਅਹਿਸਾਸ ਹੋ ਗਿਆ ਸੀਗਾ ਵੀ ਕੋਈ ਵੋਟਾਂ ਦਾ ਰਾਜ ਆ ਗਿਆ, ਵੀ ਜੇ ਸਾਡਾ ਜਿਹੜਾ ਦਲਿਤ ਵਰਗ ਆ ਜਾਂ ਸੂਤ ਵਰਗ ਆ ਫਿਰ ਸਿੱਖੀ ਛੱਡ ਜੂ, ਉਹ ਹਿੰਦੂ ਧਰਮ ਵੱਲ ਚਲਾ ਜਾਊਗਾ, ਅਸੀਂ ਘੱਟ ਗਿਣਤੀ 'ਚ ਰਹਿ ਜਾਵਾਂਗੇ, ਸਾਨੂੰ ਉਨੀਆਂ ਸੀਟਾਂ ਘੱਟ ਹੋਣਗੀਆਂ, ਤੇ ਸਾਡੀ ਪਾਰਲੀਮੈਂਟ 'ਚ ਜਾਂ ਵਿਧਾਨ ਸਭਾ 'ਚ ਕਿਤੇ ਕੋਈ ਆਵਾਜ਼ ਹੀ ਨਹੀਂ ਉੱਠਣੀ। 1952 ਦੀ ਗੱਲ ਕਰ ਰਹੇ ਹੋ, ਜੋ ਉਸ ਸਮੇਂ ਜੇ ਆਪਣੇ ਸਿੱਖ ਲੀਡਰ ਨਾ ਜਾਂਦੇ, ਅੰਬੇਡਕਰ ਸਾਹਿਬ ਕੋਲ ਨਾ ਜਾਂਦੇ, ਕੀ ਅੱਜ ਸਿੱਖ ਜੋ ਸੰਵਿਧਾਨ ਵਿੱਚ ਲਿਖਿਆ ਫਿਰ ਦਲਿਤ ਨਹੀਂ ਲਿਖਿਆ ਜਾਂਦਾ ਸ਼ਬਦ ਵਾਲਾ? ਹੋ ਸਕਦਾ, ਕਿਉਂਕਿ ਇਹ ਜਿਹੜਾ ਇੱਥੇ ਜਿਹੜਾ ਸਮਾਜ ਆ, ਇਹ ਤਾਂ ਸਭ ਨੂੰ ਪਤਾ ਸੀ ਨਾ ਹਕੀਕਤ ਕੀ ਆ, ਵੀ ਜਿਹੜਾ ਸਮਾਜ ਆ ਗਰੀਬ ਵੀ ਆ, ਜਾਤੀ ਵਿਤਕਰਾ ਵੀ ਇਹਦੇ ਨਾਲ ਹੋ ਰਿਹਾ,
ਜਦੋਂ ਉਹਨੂੰ ਦੂਜੇ ਪਾਸੇ ਹਿੰਦੂ ਵਰਗ ਦੇ ਵਿੱਚੋਂ ਸਹੂਲਤਾਂ ਮਿਲ ਰਹੀਆਂ ਨੇ ਤੇ ਨੇਚਰਲੀ ਕੁਦਰਤੀ ਵਰਗ ਆ ਵੀ ਜਿਹੜਾ ਹੁਣ ਕਿਸੇ ਨੂੰ ਰੋਟੀ ਮਿਲਦੀ ਆ ਜਾਂ ਉਹਨੂੰ ਆਤਮ ਸਨਮਾਨ ਦਾ ਜੀਵਨ ਜਿਉਣ ਦਾ ਕੋਈ ਵਸੀਲਾ ਬਣਦਾ ਵੀ ਯਾਰ ਮੇਰਾ ਸਨਮਾਨ, ਮੈਨੂੰ ਪੜ੍ਹਾਈ ਦੇ ਮੌਕੇ ਖੁੱਲ੍ਹਦੇ ਨੇ, ਮੈਨੂੰ ਸਾਰਾ ਕੁਝ ਹੋਊਗਾ, ਉਹ ਉੱਧਰ ਨੂੰ ਜਾਊਗਾ, ਨੇਚਰਲੀ ਆ। ਸੋ ਇਹ ਜੇ ਸੰਵਿਧਾਨ ਤਾਂ ਉਹਨੂੰ ਫਿਰ ਉਹੀ ਕਰਨਾ ਪਿਆ, ਪਰ ਉਦੋਂ ਸੰਵਿਧਾਨ 'ਚ ਦਲਿਤ ਸ਼ਬਦ ਨਹੀਂ ਸੀ, ਉੱਥੇ ਅੱਜ ਵੀ ਅਨੁਸੂਚਿਤ ਜਾਤੀਆਂ ਸ਼ਡਿਊਲਡ ਕਾਸਟ ਜਿਹੜੇ SC ST ਆ ਸ਼ਬਦ ਇਹ ਜਿਹੜੀ ਦਲਿਤ ਟਰਮ ਹੈ ਇਹ ਤਾਂ ਬਾਅਦ 'ਚ ਵਰਤੋਂ 'ਚ ਆਉਣੀ ਸ਼ੁਰੂ ਹੋਈ ਆ। ਹੁਣ ਕੁਝ ਸਮੇਂ ਪਹਿਲਾਂ ਵੀ ਸ਼ਾਇਦ ਤੁਸੀਂ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਗਏ ਸੀ, ਕੁਝ ਨਿਹੰਗਾਂ ਨੇ ਕਹਿ ਦਿੱਤਾ ਸੀ ਕਿ ਜਦੋਂ ਆਪਾਂ ਹੁਣ ਤੁਸੀਂ ਦਲਿਤ ਦੀ ਗੱਲ ਕੀਤੀ ਹੈ, ਕੋਈ ਦਲਿਤ ਜਿਹੜੇ ਹੈਗੇ ਸੀ ਉਹ ਅੰਮ੍ਰਿਤ ਛਕਣ ਜਾਂਦੇ ਨੇ, ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਵਿਤਕਰਾ ਹੁੰਦਾ, ਭਾਂਡੇ ਉਹਨਾਂ ਦੇ ਅਲੱਗ ਕੀਤੇ ਜਾਂਦੇ ਨੇ। ਇਹ ਸਮਾਜ ਦੀ ਸਮੱਸਿਆ ਕਿ ਧਰਮ ਦੀ ਸਮੱਸਿਆ ਸੀ? ਦੇਖੋ ਇਹ ਜਿਹੜਾ ਹੈਗਾ ਹੈ ਤਾਂ ਉਹ ਸੰਪਰਦਾਵਾਂ ਧਰਮ ਨਾਲ ਸੰਬੰਧਿਤ, ਪਰ ਅਸੀਂ ਤਾਂ ਕਹਿ ਰਹੇ ਹਾਂ ਵੀ ਜ਼ਰੂਰੀ ਨਹੀਂ ਹੁੰਦਾ ਕੋਈ ਧਰਮ ਦਾ ਜੇ ਕੋਈ ਪਰਦਾ ਪਾ ਲੈਂਦਾ ਜਾਂ ਬੁਰਕਾ ਪਾ ਲੈਂਦਾ ਉਹ ਧਰਮ ਦੇ ਅਨੁਸਾਰ ਚੱਲੇ, ਉਹਦਾ ਜੀਵਨ ਉਸ ਧਰਮ ਤੋਂ ਉਲਟ ਵੀ ਹੋ ਸਕਦਾ। ਸੋ ਜਿਹੜੀਆਂ ਸੰਪਰਦ ਨਿਹੰਗਾਂ ਦੇ ਵਿੱਚ ਮਾਮਲਾ ਆਇਆ ਹੈ ਤਾਂ ਉਹ ਨਿਹੰਗਾਂ ਦੀਆਂ ਪੁਰਾਣੀਆਂ ਜਥੇਬੰਦੀਆਂ ਜਿਹੜੀਆਂ ਕਹਿੰਦੇ ਅਸੀਂ ਗੁਰੂ ਦੇ ਲਾਡਲੀਆਂ ਫੌਜਾਂ ਨੇ, ਉਹ ਸਿੱਖਾਂ ਦਾ ਸਤਿਕਾਰ ਵੀ ਹਾਸਲ ਕਰਦੀਆਂ ਨੇ। ਇਸ ਬਣਾ 'ਤੇ ਲੋਕਾਂ ਤੋਂ ਉਹ ਸ਼੍ਰੋਮਣੀ ਕਮੇਟੀ ਤੋਂ ਵਿਧਾਨ ਦੇ ਰੂਪ 'ਚ ਮਾਇਆ ਵੀ ਲੈਂਦੀਆਂ, ਰਸਦਾਂ ਵੀ ਲੈਂਦੀਆਂ ਸੀ, ਪੁਰਾਤਨ ਹੈਂਗਾ ਸੀ, ਲੜਦੇ ਰਹੇ ਆ ਲੋਕ। ਪਰ ਜੇ ਉਹ ਸਿੱਖ ਨੇ ਸਰੂਪ ਵੀ ਧਾਰਨ ਕੀਤਾ ਹੋਇਆ, ਉਹ ਗੁਰੂ ਗ੍ਰੰਥ ਦਾ ਪ੍ਰਕਾਸ਼ ਵੀ ਕਰਦੇ ਨੇ, ਤਾਂ ਜ਼ਰੂਰੀ ਨਹੀਂ ਹੁੰਦਾ ਕਿ ਉਹ ਸਿੱਖ ਸਿਧਾਂਤਾਂ ਅਨੁਸਾਰ ਹੀ ਚੱਲਣ। ਇਹ ਕਿਸੇ ਦਾ ਵੀ ਨਹੀਂ ਹੁੰਦਾ ਕਿ ਉਹ ਸਿੱਖ ਸਿਧਾਂਤਾਂ ਅਨੁਸਾਰ ਗੁਰੂ ਦੀ ਮੰਨੇ, ਉਹ ਗੁਰੂ ਦਾ ਪਰਦਾ ਪਾ ਕੇ, ਗੁਰੂ ਦਾ ਬੁਰਕਾ ਪਾ ਕੇ ਵੀ ਸਾਰਾ ਕੁਝ ਉਹ ਕਰ ਸਕਦਾ। ਸੋ ਉੱਥੇ ਜਿਹੜੀ ਆਈ ਆ ਉਹ ਸਮਾਜ ਦੇ ਸਾਰੀ ਸਾਹਮਣੇ ਆਈ ਆ, ਵੀਡੀਓ ਆਈ ਆ, ਉਹ ਬੰਦੇ ਜਿਹੜੇ ਨਿਹੰਗ ਸਿੰਘ ਆਏ ਨੇ ਉਹਨੇ ਵੀਡੀਓ ਆਪਣੀ ਪਾਈ ਆ, ਆਪਣੀ ਗੱਲ ਲੈ ਕੇ ਗਏ ਨੇ। ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨੇ ਆਪਾਂ ਮੈਮੋਰੈਂਡਮ ਵੀ ਦਿੱਤਾ। ਉਹ ਮੈਮੋਰੈਂਡਮ ਦੇਣ ਤੋਂ ਬਾਅਦ ਫਿਰ ਜਿਹੜੀਆਂ ਸਾਡੇ ਕੋਲ ਸਿੱਖਾਂ ਦੀਆਂ ਕੋਈ ਇੰਟੈਲੈਕਚੁਅਲ ਸੰਸਥਾਵਾਂ ਨੇ, ਜਿਵੇਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਸਿੱਖ ਵਿਚਾਰ ਮੰਚ, ਤਾਂ ਹੋਰ ਜਿਹੜੀਆਂ ਹੈਗੀਆਂ ਕਈ ਗਲੋਬਲ ਸਿੱਖ ਕੌਂਸਲ ਸਰਦਾਰ ਗੁਰਪ੍ਰੀਤ ਸਿੰਘ ਹੋਣਾ ਵਾਲੀ, ਤੇ ਇਹਨਾਂ ਨੂੰ ਮਨ 'ਚ ਆਈ ਗੱਲ ਵੀ ਇਹ ਤਾਂ ਜੇ ਸਿੱਖੀ ਦੇ ਬਹੁਤ ਵੱਡਾ ਕਲੰਕ ਆ, ਸਿੱਖ ਸਿਧਾਂਤਾਂ ਦੇ ਕਲੰਕ ਆ। ਜੇ ਅਜੇ ਤੱਕ ਵੀ ਇਹ ਕੁਛ ਹੋ ਰਿਹਾ ਉਹ ਸੰਸਥਾਵਾਂ 'ਚ ਹੋ ਰਿਹਾ ਜਿਹੜੀਆਂ ਸਿੱਖੀ ਦੀਆਂ ਦਾਅਵੇਦਾਰ ਆ, ਸਿੱਖਾਂ ਦੇ ਵਿੱਚ ਸਤਿਕਾਰ ਪ੍ਰਾਪਤ ਨੇ। ਸੋ ਅਸੀਂ ਵੀ ਜਾ ਕੇ ਇੱਕ ਮੈਮੋਰੈਂਡਮ ਗਿਆਨੀ ਹਰਪ੍ਰੀਤ ਸਿੰਘ ਨੂੰ ਦੇ ਕੇ ਆਏ ਹਾਂ, ਪਰ ਦੁੱਖ ਦੀ ਗੱਲ ਆ ਵੀ ਉਹ 'ਤੇ ਕਾਰਵਾਈ ਕੋਈ ਨਹੀਂ ਹੋਈ, ਨਾ ਹੀ ਉਹ ਨਿਹੰਗ ਸਿੰਘਾਂ 'ਤੇ ਹੋਈ। ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸਾਨੂੰ ਮਤਲਬ ਆਫ ਦਾ ਰਿਕਾਰਡ ਇਹ ਗੱਲ ਕਹਿਤੀ ਅੰਦਰ ਵੜ ਕੇ ਵੀ ਇਹ ਜਿਹੜੀਆਂ ਨਿਹੰਗ ਸਿੰਘ ਸੰਪਰਦਾਵਾਂ ਨੇ, ਇਹ ਸੰਸਥਾਵਾਂ ਇੰਨੀਆਂ ਮਜ਼ਬੂਤ ਨੇ, ਇੰਨੀਆਂ ਇਹ ਮਤਲਬ ਇਕਨੋਮਿਕਲੀ ਵੀ, ਪੋਲੀਟੀਕਲੀ ਵੀ ਸਾਰੀਆਂ ਮਜ਼ਬੂਤ ਨੇ ਵੀ ਇਹਨੂੰ ਸਿੱਧੇ ਤੌਰ 'ਤੇ ਨਾ ਤਾਂ ਅਸੀਂ ਕੋਈ ਹੁਕਮਨਾਮਾ ਜਾਰੀ ਕਰ ਸਕਦੇ ਹਾਂ, ਨਾ ਇਹਨੂੰ ਸਿੱਧੇ ਤੌਰ 'ਤੇ ਕੋਈ ਕਹਿ ਸਕਦੇ ਹਾਂ ਬੁਲਾ ਕੇ ਉਰੇ ਵੀ ਭਾਈ ਆਹ ਦੂਰ ਕਰੋ, ਵੀ ਪਿਆਰ ਨਾਲ ਬੁਲਾ ਕੇ ਪੁੱਛ ਲੈਂਦੇ ਹਾਂ। ਸੋ ਇਹ ਤੋਂ ਪਤਾ ਲੱਗਦਾ ਵੀ ਉਹਨੇ ਨਹੀਂ ਮੰਨੀ ਹੋਣੀ ਗੱਲ, ਤੇ ਪ੍ਰਣਾਲਾ ਉੱਥੇ ਦਾ ਉੱਥੇ ਰਹਿ ਗਿਆ। ਜੇ ਕੱਲ ਨੂੰ ਫਿਰ ਜੇ ਕੋਈ ਨਿਹੰਗ ਆ ਕੇ ਕਹਿ ਦੇਵੇ ਕਿ ਸਾਡੇ ਨਾਲ ਦਲਿਤਾਂ ਵਾਂਗ ਵਿਤਕਰਾ ਕੀਤਾ ਜਾਂਦਾ, ਵੀ ਅਸੀਂ ਦਲਿਤ ਹੈਗੇ ਹਾਂ, ਜੇ ਅਸੀਂ ਅੰਮ੍ਰਿਤ ਛਕਣਾ ਚਾਹੁੰਦੇ, ਸਾਨੂੰ ਇਹੋ ਜਿਹਾ ਵਿਤਕਰਾ ਕੀਤਾ ਜਾਂਦਾ। ਤੁਸੀਂ ਹੁਣੇ ਦੱਸ ਦਿੱਤੀ ਸਾਨੂੰ 1947 ਦੀ ਪਹਿਲਾਂ ਦੀ ਕਿ ਕਈ ਦਲਿਤ ਜਿਹੜੇ ਹੈਗੇ ਸੀ ਸਿੱਖੀ ਛੱਡ ਕੇ ਚਲੇ ਗਏ ਸੀ। ਜੇ ਅੱਜ ਦੁਬਾਰਾ ਦੌਰ ਚੱਲ ਜਾਂਦਾ ਫਿਰ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਤੁਸੀਂ? ਜਥੇਦਾਰ ਦੀ ਤੁਸੀਂ ਖੁਦ ਕਹਿ ਰਹੇ ਹੋ ਕਿ ਜਥੇਦਾਰ ਨੇ ਸਾਡੀ ਗੱਲ ਨਹੀਂ ਮੰਨੀ, ਆਫ ਦਾ ਰਿਕਾਰਡ ਕਿਹਾ, ਪਰ ਉਸ 'ਤੇ ਅਮਲ ਨਹੀਂ ਹੋ ਪਾਇਆ, ਫਿਰ ਕਿਸ ਦਾ ਕਸੂਰ ਹੋਏਗਾ? ਦੇਖੋ ਇਹ ਤਾਂ ਫਿਰ ਅਸੀਂ ਸਾਰਾ ਜਿਹੜਾ ਕਸੂਰ ਆ, ਜਿਹੜੇ ਸਾਡੇ ਧਾਰਮਿਕ ਆਗੂ ਆ ਜਿਹੜੇ ਇਹ ਵਿਤਕਰੇ ਨੂੰ ਬਰਦਾਸ਼ਤ ਕਰ ਰਹੇ ਨੇ, ਉਹਨਾਂ ਦਾ ਦੋਸ਼ ਹੋਊ। ਫਿਰ ਜਿਹੜੇ ਸਾਡੇ ਸਿੱਖ ਸਮਾਜ ਦੀਆਂ ਹੋਰ ਸੰਸਥਾਵਾਂ ਨੇ ਉਹਨਾਂ ਦਾ ਵੀ ਦੋਸ਼ ਆ, ਉਹਨੇ ਆਵਾਜ਼ ਕਿਉਂ ਨਹੀਂ ਉਠਾਉਣੀ ਚਾਹੀਦੀ ਆ। ਜਿਸ ਕਰਕੇ ਸਿੱਖ ਇਹ ਜਿਹੜਾ ਸਾਰਾ ਕਲੰਕ ਲੱਗਦਾ ਇਹ ਕਿਸੇ ਸਮਾਜ ਦਾ ਨਹੀਂ ਫਿਰ ਲੱਗਦਾ, ਇਹ ਸਿੱਖ ਸਿਧਾਂਤਾਂ ਨਾਲ ਉਂਗਲੀ ਉੱਠਦੀ ਆ। ਹਾਲਾਂਕਿ ਸਿੱਖ ਸਿਧਾਂਤਾਂ ਦੇ ਵਿੱਚ ਤਾਂ ਹੈ ਹੀ ਨਹੀਂ ਗੀ, ਪਰ ਸਿੱਖ ਸਿਧਾਂਤਾਂ ਕੁਛ ਹੋ ਹੀ ਜਾਂਦਾ ਗਾ। ਜੇ ਅਸੀਂ ਸਿੱਖ ਸਿਧਾਂਤਾਂ ਨੂੰ ਬਚਾਉਣਾ, ਜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਾਡੇ ਜਿਹੜੇ ਇਸ਼ਟ ਨੇ, ਸਾਡੇ ਸਾਰਾ ਕੁਛ ਹੀ ਹੈਗਾ, ਅਕਾਲ ਦਾ ਰੂਪ ਆ ਸਾਡੇ ਕੋਲੇ, ਜਦੋਂ ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਰਕ, ਏਕ ਨੂਰ ਤਾਂ ਸਭ ਜਗ ਉਪਜਿਆ, ਉਹਨਾਂ ਸਾਰੇ ਭਿੰਨ ਭੇਦ ਮਿਟਾਏ ਆ। ਖਾਸ ਕਰਕੇ ਉਹ ਨਿਹੰਗਾਂ ਦੇ ਵਿੱਚੋਂ ਜਿਹੜੇ ਅੰਮ੍ਰਿਤ ਛਕਾਉਂਦੇ ਨੇ, ਗੁਰੂ ਕਹਿੰਦੇ ਸੀ ਗੁਰੂ ਦੇ ਲਾਡਲੀਆਂ ਫੌਜਾਂ, ਗੁਰੂ ਦੇ ਬਰਸਾਏ ਹੋਏ ਆ, ਪਾਣਾ ਉਹ ਪਾਉਂਦੇ ਨੇ, ਗੁਰੂ ਗੋਬਿੰਦ ਸਿੰਘ ਵਾਲਾ। ਜੇ ਉਹਨਾਂ ਵਿੱਚ ਵੀ ਹੈਗਾ ਤਾਂ ਸਿੱਖ ਸਮਾਜ ਨੂੰ ਤੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਤਾਂ ਨਿਰੋਲ ਤੋਹੀਨ ਆ, ਗੁਰੂ ਸਾਹਿਬਾਨ ਦੀ ਤੋਹੀਨ ਵਜੋਂ ਲੱਗੀਏ, ਤਾਂ ਕਿ ਇਹਨੂੰ ਜਿੰਨੀ ਛੇਤੀ ਦੂਰ ਕਰਕੇ ਇਕੱਠੇ ਹੋ ਕੇ ਸੰਗਠਿਤ ਹੋ ਕੇ, ਜਿਵੇਂ ਸਾਡੀ ਆਵਾਜ਼ ਭਾਵੇਂ ਕਮਜ਼ੋਰ ਸੀ ਪੰਜ ਸੱਤ ਸੰਸਥਾਵਾਂ ਦੀ, ਅਸੀਂ ਚਾਹੁੰਦੇ ਵੀ ਇੱਥੇ ਜਿਹੜੀਆਂ ਹੋਰ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜੁੜੇ ਹੋਏ ਸਿੱਖ ਨੇ, ਕੋਈ ਦਲਿਤ ਵਰਗ ਦਾ ਮਾਮਲਾ ਨਹੀਂ, ਇਹ ਸਾਰੇ ਗੁਰੂ ਨਾਲ ਜੁੜੇ ਹੋਏ ਸਿੱਖਾਂ ਦਾ ਮਾਮਲਾ। ਜੋ ਸਿੱਖ ਆਪਣੇ ਆਪ ਨੂੰ ਸਮਝਦਾ ਵੀ ਮੈਂ ਕਿਸੇ ਬੰਦੇ ਪ੍ਰਤੀ ਜਵਾਬਦੇਹ ਨਹੀਂ, ਮੈਂ ਗੁਰੂ ਪ੍ਰਤੀ ਜਵਾਬਦੇਹ ਆ, ਉਹਦਾ ਫਰਜ਼ ਬਣ ਜਾਂਦਾ ਵੀ ਯਾਰ ਜਿੱਥੇ ਕਿਤੇ ਵੀ ਸਿੱਖ ਸਿਧਾਂਤਾਂ ਦੀ ਉਲੰਘਣਾ ਹੁੰਦੀ ਆ ਉੱਥੇ ਮੈਂ ਆਵਾਜ਼ ਉਠਾਵਾਂ ਤੇ ਆਪਣੀ ਜਿਹੜੀ ਆਵਾਜ਼ ਆ ਇਹ ਮਜ਼ਬੂਤ ਹੋਵੇ, ਇਹ ਹੋਰ ਸਟਰੋਂਗ ਹੋਵੇ, ਤਾਂ ਕਿ ਜਿੱਥੇ ਕਿਤੇ ਵਿਤਕਰਾ ਹੁੰਦਾ, ਸਿੱਖ ਸਿਧਾਂਤਾਂ ਦੀ ਉਲੰਘਣਾ ਹੁੰਦੀ ਆ, ਉਹਨਾਂ 'ਤੇ ਕਲੰਕ ਲੱਗਦਾ, ਉਹਨੂੰ ਅਸੀਂ ਦੂਰ ਕਰਨ ਦਾ ਉਪਰਾਲਾ ਕਰ। ਹੁਣ ਆਪਾਂ ਇਹ ਗੱਲ ਕਰੀਏ ਸਮਾਜ ਦੀ ਤੇ ਧਰਮ ਦੀ ਗੱਲ ਕਰੀਏ, ਫਿਰ ਜਿਹੜਾ ਸਮਾਜ ਹੈ ਧਰਮ ਦੇ ਹਿਸਾਬ ਨਾਲ ਚੱਲਦਾ ਕਿ ਧਰਮ ਜਿਹੜਾ ਹੈਗਾ ਸਮਾਜ ਦੇ ਹਿਸਾਬ ਨਾਲ ਚੱਲਦਾ। ਸਾਨੂੰ ਦੋਨਾਂ ਦਾ ਪਹਿਰਾਵਾ ਜਿਹੜਾ ਆਪਾਂ ਦੇਖਿਆ, ਧਰਮ ਦਾ ਪਹਿਰਾਵਾ ਅਲੱਗ ਹੁੰਦਾ, ਸਮਾਜ ਦਾ ਤਾਂ ਕੋਈ ਪਹਿਰਾਵਾ ਹੀ ਨਹੀਂ ਹੁੰਦਾ, ਕਿਉਂਕਿ ਸਮਾਜ ਦੇ ਵਿੱਚ ਅਲੱਗ-ਅਲੱਗ ਜਾਤੀ ਦੇ ਲੋਕ ਹੁੰਦੇ ਨੇ। ਫਿਰ ਦੋਵਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਅਸੀਂ ਕਿਸ ਅਨੁਸਾਰ ਚੱਲਦੇ ਹਾਂ, ਸਮਾਜ ਦੇ ਅਨੁਸਾਰ ਕਿ ਧਰਮ ਦੇ ਅਨੁਸਾਰ? ਦੇਖੋ ਗੱਲ ਇਹ ਚੱਲਣਾ ਤਾਂ ਸਾਨੂੰ ਧਰਮ ਦੇ ਅਨੁਸਾਰ ਚੱਲਣਾ ਚਾਹੀਦਾ।
ਚਾਹੀਦਾ ਨਾ, ਕਿਉਂਕਿ ਗੁਰੂ ਸਾਹਿਬ ਸਾਨੂੰ ਦੱਸ ਕੇ ਗਏ ਨੇ, ਬਾਰ-ਬਾਰ ਉਹਨੇ ਦੱਸਿਆ ਵੀ ਤੁਸੀਂ ਇਹਦੇ ਮੁਤਾਬਕ ਚੱਲਣਾ ਤੇ ਅਮਲ ਕਰਨਾ। ਪਰ ਮੈਂ ਜੇ ਗੁਰੂ ਸਾਹਿਬ ਦੱਸ ਕੇ ਗਏ ਨੇ, ਫਿਰ ਜੇ ਨਿਹੰਗੇ ਕਹਿ ਦਿੰਦੇ ਕਿ ਸਾਡਾ ਵਿਤਕਰਾ ਹੁੰਦਾ ਹੈ, ਫਿਰ ਵਿਤਕਰਾ ਕਿਉਂ ਹੋ ਰਿਹਾ ਕਿ ਗੁਰੂ ਸਾਹਿਬ ਦੀ ਗੱਲ ਨਹੀਂ ਮੰਨਦੇ? ਉਹੀ ਗੱਲ ਕਰ ਰਹੇ ਨਾ, ਫਿਰ ਮਨੁੱਖੀ ਮਨ ਆ, ਸਮਾਜ ਆ, ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਜਿਹੜੇ ਲੋਕ ਆ ਉਹ ਗੁਰੂ ਸਾਹਿਬ ਦੇ ਕਹਿਣਾ ਮੰਨ ਲੈਣ ਜਾਂ ਉਹਦੇ ਅਨੁਸਾਰ ਹੀ ਚੱਲਣ। ਜੇ ਉਹਦੇ ਅਨੁਸਾਰ ਹੀ ਗੁਰੂ ਸਾਹਿਬ ਨੂੰ ਚੱਲ ਗਏ ਫਿਰ ਤਾਂ ਮਸਲਾ ਹੀ ਹੱਲ ਹੋ ਜਾਏ, ਫਿਰ ਤਾਂ ਸਿੱਖ ਸਮਾਜ ਆ ਜਿਹੜਾ ਇਹ ਦੁਨੀਆ ਦੀ ਅਗਵਾਈ ਕਰਨ ਦੇ ਕਾਬਿਲ ਹੋ ਜਾਊਗਾ। ਮੈਨੂੰ ਇੱਕ ਚੀਜ਼ ਯਾਦ ਆਉਂਦੀ, ਅਕਾਲ ਤਖਤ ਹਰ ਮਨੁੱਖ ਦੇ ਪਹਿਲਾਂ ਗੱਲ ਕਰਕੇ ਹਟਿਆ ਵੀ ਕੁਛ ਨਾ ਕੁਛ ਬੰਦੇ ਕੋਲ ਸੋਸ਼ਲ ਪ੍ਰੀਵਿਲੇਜ ਹਾਸਲ ਹੋ ਜਾਂਦੀਆਂ, ਸਮਾਜੀ ਸਹੂਲਤਾਂ ਹਾਸਲ ਕਰ ਲੈਂਦਾ ਬੰਦਾ, ਤਾਂ ਫਿਰ ਉਹਨੂੰ ਕੀ ਲੱਗਦਾ ਵੀ ਯਾਰ ਧਰਮ ਜੇ ਇਹ ਕਹਿੰਦਾ ਮੈਨੂੰ ਆਹ ਕੁਛ ਤੋਂ ਹਾਰ ਚਲਾਉਂਦਾ ਛੱਡੋ, ਧਰਮ ਨੂੰ ਪਾਸੇ ਕਰ ਦਿੰਦਾ। ਧਰਮ ਦਾ ਉਹ ਫਿਰ ਬੁਰਕਾ ਜ਼ਰੂਰ ਓੜ ਲੈਂਦਾ, ਧਰਮ ਦਾ ਆਸਰਾ ਵੀ ਲਈ ਜਾਂਦਾ, ਧਰਮ ਕਹਾਈ ਵੀ ਜਾਂਦਾ, ਮੱਥੇ ਵੀ ਰਗੜੀ ਜਾਂਦਾ। ਪਰ ਜਿਹੜਾ ਜੀਵਨ ਆ ਨਾ, ਜਿਹਨੂੰ ਗੁਰੂ ਸਾਹਿਬ ਲਾਹਨਤ ਪਾਉਂਦੇ ਨੇ, ਮਨ ਹੋਰ ਮੁੱਖ ਹੋਰ ਕਾਂਢੇ ਕੱਚਾ, ਮਨ ਤੇਰੇ ਹੋਰ ਆ ਮੁੱਖ ਤੇਰਾ ਕਹਿੰਦਾ ਕੀ ਆ, ਕਰਦਾ ਤੂੰ ਕੀ ਆ, ਬਾਰ-ਬਾਰ ਗੁਰੂ ਸਾਹਿਬ ਨੇ ਉਹਨਾਂ ਕਰੈਕਟਰ ਨੂੰ ਲਾਹਨਤ ਪਾਈ ਆ। ਸਾਡਾ ਜਿਹੜਾ ਕਿਰਦਾਰ ਫਿਰ ਦੋਖਲਾ ਹੋ ਜਾਂਦਾ ਤੇ ਉੱਥੇ ਫਿਰ ਧਰਮ ਲਾਹਨਤਾ ਪਾਉਂਦਾ, ਫਿਰ ਉਹ ਬੰਦੇ ਫਿਰ ਬੇਸ਼ਰਮ ਹੋ ਜਾਂਦੇ, ਢੀਠ ਹੋ ਜਾਂਦੇ। ਜਥੇਦਾਰ ਸਾਹਿਬ ਨੇ ਆਪਣੇ ਸਮਰੱਥਾ ਜ਼ਾਹਰ ਕੀਤੀ ਹੈ, ਜਥੇਦਾਰ ਸਾਹਿਬ ਤੇ ਕੀ ਪਤਾ ਕਿੰਨੇ ਕਿਸਮ ਦੇ ਕੋਈ ਦਬਾਅ ਹੋਣਗੇ। ਅਸੀਂ ਤਾਂ ਚਾਹੁੰਦੇ ਵੀ ਜਥੇਦਾਰ ਸਾਹਿਬ ਦਬਾਅ ਵਿਅਕਤੀ ਦੇ ਨਾ ਸੁਣੇ, ਉਹ ਗੁਰੂ ਦੀ ਸੁਣੇ। ਉਹ ਜਿਹੜਾ ਹੈਗਾ ਬੰਦੇ ਦਾ ਬੰਦਾ ਨਾ ਬਣੇ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਵੀ ਬੰਦੇ ਦਾ ਨੌਕਰ ਨਾ ਬਣੇ, ਉਹ ਗੁਰੂ ਦਾ ਬੰਦਾ ਬਣੇ। ਜੋ ਗੁਰੂ ਸਾਹਿਬ ਕਹਿੰਦੇ ਨੇ ਇੱਕ ਪਿਤਾ ਹਮ ਇੱਕ ਇਸਕੇ ਬਾਰਕ, ਉਹਦਾ ਅਨੁਸਾਰ ਚੱਲਣਾ ਚਾਹੀਦਾ। ਅਸੀਂ ਤਾਂ ਇਹ ਕਹਿੰਦੇ ਹਾਂ। ਇਹ ਜਥੇਦਾਰ ਦੀ ਹੁਣ ਤਾਂ ਜ਼ਮੀਰ ਆ ਨਾ, ਜਥੇਦਾਰ ਦੀ ਆਪਣੀ ਕਨਸੈਂਸ ਆ, ਉਹਦੇ 'ਤੇ ਨਿਰਭਰ ਕਰਦਾ ਵੀ ਉਹ ਬੰਦੇ ਦਾ ਬੰਦਾ ਬਣਦਾ ਕੋਈ ਗੁਰੂ ਦਾ ਬੰਦਾ ਬਣਦਾ। ਗੁਰੂ ਨੂੰ ਉਹਨੇ ਜਾਣ ਦੇਣੀ ਆ ਕਿ ਬੰਦੇ ਨੂੰ ਜਾਣ ਦੇਣੀ ਆ। ਹੁਣ ਕੀ ਇਹ ਜਥੇਦਾਰ ਸਾਹਿਬ ਜਿਨ੍ਹਾਂ ਨੇ ਵਿਤਕਰਾ ਕੀਤਾ ਨਿਹੰਗਾਂ ਨੂੰ, ਉਹਨਾਂ ਨੂੰ ਬੁਲਾ ਨਹੀਂ ਸਕਦੇ? ਆਫ ਦਾ ਰਿਕਾਰਡ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਤੁਹਾਨੂੰ ਬੰਦ ਕਮਰੇ 'ਚ ਗੱਲ ਕਹਿਤੀ, ਸਮਝਾ ਦਿੱਤੀ ਵੀ ਅਸੀਂ ਪਿਆਰ ਨਾਲ ਗੱਲ ਕਰਕੇ ਦੇਖਾਂਗੇ। ਉਹ ਵੀ ਇੱਕ ਸਮਾਂ ਹੁੰਦਾ ਸੀ ਅਕਾਲ ਤਖਤ ਤੇ ਕਿਸੇ ਨੂੰ ਹੁਕਮ ਦਿੱਤਾ ਜਾਂਦਾ ਸੀ ਕਿ ਪੇਸ਼ ਹੋਣਾ ਪੈਣਾ, ਪੇਸ਼ ਹੁੰਦੇ ਸੀ, ਗੱਲ ਵੀ ਮੰਨੀ ਜਾਂਦੀ ਸੀ। ਫਿਰ ਆਪਾਂ ਕਹਿ ਸਕਦੇ ਹਾਂ ਕਿ ਅਕਾਲ ਤਖਤ ਸਾਹਿਬ ਤੇ ਜਥੇਦਾਰ ਕੋਲ ਇੰਨੀ ਹਿੰਮਤ ਹੀ ਨਹੀਂ ਗਈ ਕਿ ਉਹਨਾਂ ਨੂੰ ਬੁਲਾ ਕੇ ਗੱਲ ਪੁੱਛੀ ਜਾਵੇ ਸਾਰਿਆਂ ਸਾਹਮਣੇ। ਦੇਖੋ ਇਹ ਜਿਹੜੇ ਪੰਥਕ ਸੋਚ ਵਾਲੇ ਬੰਦੇ ਆ ਉਹ ਤਾਂ ਸਾਰੇ ਇਹ ਮਹਿਸੂਸ ਕਰਦੇ ਨੇ ਵੀ ਪਿਛਲੇ ਕੁਝ ਸਾਲਾਂ ਤੋਂ 20-25 ਸਾਲਾਂ ਤੋਂ, ਖਾਸ ਕਰਕੇ 10-15 ਸਾਲਾਂ ਤੋਂ ਜਿਹੜੀ ਪ੍ਰੈਕਟਿਸ ਚੱਲੀ ਆ ਵੀ ਜਿਹੜਾ ਸਾਡਾ ਧਰਮ ਕੈਪਚਰ ਹੋ ਗਿਆ, ਸ਼੍ਰੋਮਣੀ ਕਮੇਟੀ ਕੈਪਚਰ ਹੋ ਗਈ, 328 ਸਰੂਪ ਜਿਹੜੇ ਹੈਗੇ ਆ ਉਹ ਲਾਪਤਾ ਹੋ ਗਏ। ਜੇ ਕੋਈ ਉਹਦਾ ਜਵਾਬ ਮੰਗਦਾ ਉਹਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ। ਸਾਡੇ ਸਾਹਮਣੇ ਆ ਨਾ, ਜਿਹਦੇ ਕਰਕੇ ਸਾਡੇ ਜਿਹੜਾ ਧਾਰਮਿਕ ਸੰਸਥਾਵਾਂ ਜਿਹੜੀਆਂ ਉਸਰੀਆਂ ਨੇ ਸਿੱਖ ਸਿਧਾਂਤਾਂ ਅਨੁਸਾਰ ਜਿਹਨਾਂ ਦੀ ਉਸਾਰੀ ਹੋਣੀ ਚਾਹੀਦੀ ਸੀ, ਉਹਨਾਂ 'ਚ ਨਿਘਾਰ ਆਇਆ। ਉਹ ਬੰਦੇ ਦੇ ਕਿਰਦਾਰ 'ਚ ਵੀ ਨਿਘਾਰ ਆਇਆ। ਜਦੋਂ ਬੰਦੇ ਦੇ ਕਿਰਦਾਰ 'ਚ ਨਿਘਾਰ ਆਊਗਾ ਤਾਂ ਨੇਚਰਲੀ ਜਿਹੜੀ ਪੋਸਟ 'ਤੇ ਬੈਠਾ ਗਾ ਉਹਨੂੰ ਵੀ ਉਹ ਕਰਪਟ ਕਰੂਗਾ, ਉਹ ਇੰਸਟੀਚਿਊਟ ਨੂੰ ਵੀ ਕਰਪਟ ਕਰਨ ਦੀ ਕੋਸ਼ਿਸ਼ ਕਰੂਗਾ। ਸੋ ਸਾਡਾ ਜਿਹੜਾ ਇਹ ਧਾਰਮਿਕ ਸੰਸਥਾਵਾਂ ਨੇ, ਸਾਡੀਆਂ ਸੋਚ ਸੰਸਥਾਵਾਂ ਨੇ, ਪਿਛਲੇ 10-15 ਸਾਲਾਂ ਤੋਂ ਜਿਹੜੇ ਪੰਥਕ ਸੋਚ ਵਾਲੇ ਬੰਦੇ ਆ, ਦੁਨੀਆ ਭਰ 'ਚ ਬੈਠੇ ਜਿਹੜੇ ਗੁਰੂ ਨਾਲ ਸਿੱਖ ਆ, ਉਹ ਇਸ ਗੱਲ 'ਤੇ ਬਹੁਤ ਫਿਕਰਮੰਦੀ ਮਹਿਸੂਸ ਕਰ ਰਹੇ ਨੇ, ਬਹੁਤ ਚਿੰਤਤ ਨੇ ਇਸ ਗੱਲ 'ਤੇ ਵੀ ਸਾਡੀਆਂ ਜਿਹੜਾ ਧਾਰਮਿਕ ਸੰਸਥਾਵਾਂ ਦਾ ਹਾਲ ਕੀ ਬਣ ਗਿਆ। ਸਾਡਾ ਜਥੇਦਾਰ ਜਿਹੜਾ ਹੈਗਾ ਇਹ ਬੰਦੇ ਦਾ ਬੰਦਾ ਬਣ ਗਿਆ, ਕੋਈ ਆਜ਼ਾਦ ਫੈਸਲਾ ਲੈਣ ਦੀ ਸ਼ਕਤੀ ਨਹੀਂ ਗੀ। ਜਦੋਂ ਉਹਦੀ ਚੋਣ ਜਿਹੜੀ ਹੈਗੀ ਆ, ਸਾਡੀ ਚੋਣ ਪ੍ਰਣਾਲੀ 'ਚ ਨੁਕਸ ਆ, ਕਿਉਂਕਿ ਉਹਨੂੰ ਸ਼੍ਰੋਮਣੀ ਕਮੇਟੀ ਚੋਣ ਕਰਦੀ ਆ, ਉਹਦੀ ਸ਼੍ਰੋਮਣੀ ਕਮੇਟੀ ਉਹਨੂੰ ਨਿਯੁਕਤ ਕਰਦੀ ਆ, ਤੇ ਜਿੱਦੇ ਮਰਜ਼ੀ ਉਹ ਸ਼੍ਰੋਮਣੀ ਕਮੇਟੀ ਅਨੁਸਾਰ ਨਾ ਚੱਲੂ, ਸ਼੍ਰੋਮਣੀ ਕਮੇਟੀ ਨੇ ਪਹਿਲਾਂ ਦੇ ਜਥੇਦਾਰ ਲਾਏ ਆ ਤੇ ਨਾਲ ਦੀ ਨਾਲ ਲਾ ਕੇ ਉਹਨੂੰ ਘਰੇ ਤੋਰ ਦੂ। ਇਹ ਸਾਡੇ ਜਿਹੜੇ ਮਸਲੇ ਪਚੀਦਾ ਨੇ ਸਿੱਖ ਸਮਾਜ ਦੇ ਸਨਮੁਖ ਨੇ, ਇਹਨਾਂ ਨੂੰ ਐਡਰੈਸ ਹੋਣ ਦੀ ਲੋੜ ਆ। ਇਹ ਜਿਹੜੇ ਬੁੱਧੀਜੀਵੀ ਨੇ ਹੱਲ ਕਰਨੇ, ਸਿੱਖ ਸੰਗਤ ਨੇ ਮਿਲ ਕੇ ਹੱਲ ਕਰਨੇ ਨੇ। ਸੋ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਸਿੱਖ ਆ ਇਹ ਮਹਿਸੂਸ ਜ਼ਰੂਰ ਕਰ ਰਿਹਾ ਵੀ ਸਾਡੀਆਂ ਜਿਹੜਾ ਨਿਘਾਰ ਹੋਇਆ, ਸਾਡਾ ਜਿਹੜਾ ਸੰਸਥਾਵਾਂ ਦੇ ਵਿੱਚ ਸਾਡੀਆਂ ਜਿਹੜੀਆਂ ਉੱਪਰਲੀਆਂ ਬੋਡੀਆਂ ਸੀ, ਸਾਡੇ ਧਾਰਮਿਕ ਆਗੂਆਂ ਦੇ ਕਿਰਦਾਰ 'ਚ ਨਿਘਾਰ ਆਇਆ। ਬੰਦੇ ਦਾ ਬੰਦਾ ਬਣ ਗਏ ਅਸੀਂ ਗੁਰੂ ਦਾ ਬੰਦਾ ਨਹੀਂ ਬਣ ਰਹੇ। ਜਦੋਂ ਅਸੀਂ ਗੁਰੂ ਦੇ ਬੰਦੇ ਬਣ ਜਾਾਂਗੇ ਫਿਰ ਸਾਡੇ 'ਚ ਦਲੇਰੀ ਵੀ ਆਊ। ਇਹੀ ਸਵਾਲ ਤੁਸੀਂ ਜਥੇਦਾਰ ਸਾਹਿਬ ਨੂੰ ਕਰਦੇ ਹੋ ਜਾਂ ਕੋਈ ਸਿੱਖ ਵਿਦਵਾਨ ਇੱਥੇ ਜਥੇਦਾਰ ਸਾਹਿਬ ਨੂੰ ਸਵਾਲ ਕਰ ਸਕਦਾ ਕਿ ਜੇ ਅਸੀਂ ਗੁਰੂ ਦੇ ਬੰਦੇ ਨਹੀਂ ਬਣ ਸਕੇ, ਫਿਰ ਜੇ ਸਿੱਖਾਂ ਨਾਲ ਦਲਿਤਾਂ ਦਾ ਮੁੱਦਾ ਸਾਹਮਣੇ ਆਇਆ, ਕੋਈ ਛੋਟੀ ਗੱਲ ਨਹੀਂ, ਕਿਸੇ ਬਹੁਤ ਵੱਡੀ ਗੱਲ ਸੀ। ਫਿਰ ਜਥੇਦਾਰ ਸਾਹਿਬ ਨੂੰ ਕਿਉਂ ਨਹੀਂ ਸਵਾਲ ਕੀਤਾ ਗਿਆ? ਤੁਸੀਂ ਕਹਿੰਦੇ ਆਫਿਸ ਰਿਕਾਰਡ ਤਾਂ ਗੱਲ ਹੋ ਗਈ, ਇਹ ਜਥੇਦਾਰ ਸਾਹਿਬ ਨੂੰ ਕਿਉਂ ਨਹੀਂ ਸਵਾਲ ਪਾਇਆ ਗਿਆ ਉੱਥੇ? ਦੇਖੋ ਜਥੇਦਾਰ ਸਾਹਿਬ ਨੇ ਹੱਥੋਂ ਟਾਈਮ ਲਿਆ ਸੀ ਵੀ ਸਾਨੂੰ ਸਮਾਂ ਦਿਓ, ਵੀ ਜਿਹੜੀ ਗੱਲ ਹੈ ਇੰਨੀ ਭੜਤੇ ਨਹੀਂ ਹੋਣੀ, ਉਹਨਾਂ ਕੋਈ ਦਬਾਅ ਪਾ ਕੇ ਨਹੀਂ ਕਰ ਸਕਦੇ, ਅਸੀਂ ਉਹਨੂੰ ਕੋਈ ਹੁਕਮਨਾਮਾ ਜਾਰੀ ਨਹੀਂ ਕਰ ਸਕਦੇ, ਸਾਨੂੰ ਸਮਾਂ ਦੇਵੋ। ਉਦੋਂ ਬਾਅਦ ਜਿਹੜੇ ਸਾਡੇ ਸੱਜਣਾ ਕੇਂਦਰੀ ਸਿੰਘ ਸਭਾ ਵਾਲੇ, ਗਲੋਬਲ ਸਿੱਖ ਕੌਂਸਲ ਵਾਲੇ, ਇਹ ਲਗਾਤਾਰ ਉਹਦੇ ਕੰਟੈਕਟ 'ਚ ਰਹੇ, ਫੋਨ ਵੀ ਕਰਦੇ ਰਹੇ। ਜਥੇਦਾਰ ਸਾਹਿਬ ਇਹ ਕਹਿੰਦੇ ਰਹੇ ਵੀ ਮੇਰੇ ਕੋਲ ਸਮਾਂ ਨਹੀਂ, ਮੈਂ ਕੁਛ ਸੰਪਰਦਾਵਾਂ ਨੂੰ ਬੁਲਾਇਆ ਵੀ ਆ, ਮੇਰੀ ਗੱਲਬਾਤ ਚੱਲ ਰਹੀ ਆ। ਉਹ ਗੱਲਬਾਤ ਕਿੱਥੇ ਪਹੁੰਚੀ ਆ, ਕਿਵੇਂ ਆ, ਜਾਂ ਜਥੇਦਾਰ ਸਾਹਿਬ ਇਹਨੂੰ ਲਮਕਾਉਣਾ ਚਾਹੁੰਦੇ ਨੇ, ਇਹਨੂੰ ਟਾਲਣਾ ਚਾਹੁੰਦੇ ਨੇ ਵੀ ਹੋਰ ਪ੍ਰਲੋਂਗ ਹੋ ਜੇ, ਆਪੇ ਲੋਕ ਭੁੱਲ ਜਾਂਦੇ ਹੁੰਦੇ ਆ। ਇਹ ਸਮਾਂ ਕਰਦੇ ਹੀ ਇਹ ਹੈ ਨਾ, ਵੀ ਸਰਕਾਰਾਂ ਵੀ ਇਹੀ ਕਰਦੇ ਵੀ ਕਮਿਸ਼ਨ ਬਣਾ ਦਿਓ, ਕਮੇਟੀਆਂ ਬਣਾ ਦਿਓ, ਕੌਡੀਆਂ ਘੱਟੇ ਰੋਲ ਦਿਓ, ਆਪੇ ਚੱਲ ਜੂ। ਸੋ ਕੋਈ ਗੱਲ ਇੱਥੇ ਹੀ ਆ, ਜਦੋਂ ਵੀ ਗੱਲ ਉਹਨਾਂ ਕੋਲ ਹੁੰਦੀ ਆ, ਸਾਡੇ ਜਿਹੜੇ ਸੰਸਥਾਵਾਂ ਦੇ ਨੁਮਾਇੰਦੇ ਆ ਉਹ ਕਹਿੰਦੇ ਜਥੇਦਾਰ ਸਾਹਿਬ ਇਹੀ ਕਹਿੰਦੇ ਵੀ ਕੋਈ ਨਹੀਂ, ਮੇਰੀ ਗੱਲ ਚੱਲ ਰਹੀ ਆ, ਮੈਂ ਬੁਲਾਊਂਗਾ, ਇਹ ਆਪਾਂ ਮਸਲਾ ਪਿਆਰ ਨਾਲ ਹੱਲ ਕਰਨ ਵਾਲਾ, ਇਹ ਨਹੀਂ ਜਲਦੀ ਹੱਲ ਕਰਨ ਵਾਲਾ। ਉਹ ਕਹਿੰਦਾ ਵੀ ਨਿਹੰਗ ਸਿੰਘ ਦਾ ਕਹਿੰਦੇ ਆ ਵੀ ਸਾਡੀ ਇਹ ਜੀ ਮਰਿਆਦਾ ਆ ਗਈ, ਲੰਬੇ ਸਮੇਂ ਤੋਂ ਚੱਲ ਰਹੀ ਆ, ਅਸੀਂ ਕਿਵੇਂ ਬਦਲ ਦਾਂਗੇ।
ਇੱਕ ਬੰਦੇ ਦੇ ਬਦਲਣ ਦਾ ਕੰਮ ਨਹੀਂ ਹੈਗਾ। ਉਹ ਗੁਰੂ ਕੀ ਸਿੰਘ ਹੋਏ, ਤੁਸੀਂ ਹੁਣੇ ਗੱਲ ਕਹੀ ਹੈ ਗੁਰੂ ਸਿੰਘ ਬਣ ਜਾਓ, ਉਹ ਗੁਰੂ ਸਿੰਘ ਤਾਂ ਨਹੀਂ ਹੋਏ ਨਾ। ਫਿਰ ਜੇ ਤੁਸੀਂ ਕਹਿ ਰਹੇ ਹੋ ਸਮਾਜ ਵਿੱਚ ਦਿਸ਼ਾ, ਸਮਾਜ ਦੀ ਅੱਖ ਦੇਖਣ ਦੀ ਲੱਗ ਹੈ, ਧਰਮ ਸਭ ਨੂੰ ਇੱਕ ਜਗ੍ਹਾ ਦਿੰਦਾ, ਸਭ ਨੂੰ ਸਿੱਖ ਕਹਿੰਦਾ, ਫਿਰ ਉਹਨਾਂ ਦਾ ਕਸੂਰ ਹੈਗਾ ਜਿਹੜੇ ਕਹਿ ਨੇ ਕਿ ਅਸੀਂ ਬਦਲ ਨਹੀਂ ਸਕਦੇ। ਤਾਂ ਫਿਰ ਹੁਣ ਤੁਸੀਂ ਆਪੇ ਵਿਆਖਿਆ ਕਰ ਦਿਓ, ਜਿਹੜੇ ਮੈਂ ਤੁਹਾਨੂੰ ਦੱਸਤੀ ਤੁਸੀਂ ਮੇਰੇ ਸ਼ਬਦਾਂ ਤੋਂ ਆਪੇ ਪੁੱਛ ਲਓ, ਮੇਰੇ ਮੂੰਹੋਂ ਕੋ ਕਿਉਂ ਨੇ ਆ ਵੀ ਜਿਹੜਾ ਜਥੇਦਾਰ ਸਾਹਿਬ ਪ੍ਰੋਲੋਂਗ ਕਰੀ ਜਾਂਦੇ ਨੇ ਮਸਲੇ ਨੂੰ, ਇਹ ਕਹਿ ਕੇ ਟਾਲੀ ਜਾਂਦੇ ਨੇ। ਹੁਣ ਤੁਸੀਂ ਦੱਸ ਦਿਓ ਲੋਕਾਂ ਨੂੰ ਹੁਣ ਕੋਈ ਕਸਰ ਰਹਿ ਗਈ ਵੀ ਉਹ ਕੀ ਕਰ ਰਹੇ ਨੇ? ਜਦੋਂ ਤੱਕ ਕੋਈ ਦਬਾਅ ਆ ਉੱਤੋਂ, ਕੋਈ ਸਿਆਸੀ ਦਬਾਅ ਆ ਜਾਂ ਸੰਪਰਦਾਵਾਂ ਦਾ ਦਬਾਅ ਆ, ਇਹ ਜਿਹੜੀਆਂ ਸੰਪਰਦਾਵਾਂ ਨਿਹੰਗ ਸਿੰਘਾਂ ਦੀਆਂ ਇਹਨਾਂ ਦੇ ਦੂਰ ਤੱਕ ਕੀ ਪਤਾ ਦਿੱਲੀ ਤੱਕ ਕਿੱਥੇ ਤੱਕ ਕਹਿੰਦੇ ਕੜੀਆਂ ਜੁੜੀਆਂ ਹੋਈਆਂ ਨੇ, ਕਿੱਥੇ ਤੱਕ। ਤੁਸੀਂ ਵੀ ਕਹਿੰਦੇ ਨੇ ਕਿ ਜਥੇਦਾਰ ਸਾਹਿਬ ਸਿਆਸਤ ਦੀ ਮੁੱਠੀ ਦੇ ਵਿੱਚ ਨੇ, ਫਿਰ ਤੁਹਾਨੂੰ ਲੱਗਦਾ ਕਿ ਵਾਕਈ ਸਿਆਸਤ ਦੀ ਮੁੱਠੀ ਦੇ ਵਿੱਚ ਨੇ? ਫਿਰ ਇਹ ਤਾਂ ਸੱਚ ਆ ਜੀ। ਦੇਖੋ ਜਿਹੜੇ ਫੈਸਲੇ ਪਹਿਲਾਂ ਵੀ ਤੌਰ ਤੇ ਸਿਆਸੀ ਜਿਹੜੇ ਹੈਗੇ ਸੀ, ਇੱਕ ਪਰਿਵਾਰ ਸੀ ਜਿਹਨੂੰ ਨੰਗਾ ਚਿੱਟਾ ਹੋਣ ਦਾ ਕਹਿੰਦੇ ਆ ਵੀ ਬਾਦਲ ਪਰਿਵਾਰ ਆ, ਉਹ ਜੇ ਉਹਦੀ ਰਜਾ ਅਨੁਸਾਰ ਹੀ ਸਾਰਾ ਫੈਸਲੇ ਹੁੰਦੇ ਸੀਗੇ। ਤੇ ਅੱਜ ਵੀ ਕਹਿੰਦੇ ਨੇ ਵੀ ਉਹਦਾ ਡਾਇਰੈਕਟਲੀ ਚਾਹੇ ਸ਼੍ਰੋਮਣੀ ਕਮੇਟੀ ਚੋਣ ਹੋਣੀ ਆ ਚਾਹੇ ਕੁਛ ਹੋਣਾ, ਤੇ ਉਹਦੇ ਮੁਤਾਬਕ ਹੀ ਹੁੰਦੇ ਆ। ਪਹਿਲਾਂ ਸ਼੍ਰੋਮਣੀ ਕਮੇਟੀ ਕਹਿੰਦੇ ਅਸੀਂ ਪੁਲਿਸ 'ਚ ਪਰਚਾ ਦਰਜ ਕਰਾਵਾਂਗੇ, ਜਦੋਂ ਤੱਕ ਕੋਈ ਦਬਾਅ ਪੈ ਜਾਂਦਾ ਗਾ ਉਦੋਂ ਹੀ ਝੱਟ ਦੇ ਕੇ ਪੈਤੜਾ ਬਦਲ ਲੈਂਦੇ ਨੇ, ਥੁੱਕੇ ਚੱਟ ਲੈਂਦੇ ਨੇ। ਇਹ ਗੱਲਾਂ ਤਾਂ ਨੇਚਰਲੀ ਤਾਂ ਹੁਣ ਸਾਰੇ ਆਖਰੀ ਸਵਾਲ ਹੈ, ਸਮਾਜ ਨੂੰ ਪਤਾ ਲੱਗ ਗਿਆ ਵੀ ਸਾਰੇ ਜਿਹੜਾ ਕੋਈ ਦਬਾਅ ਆ ਪਿੱਛੇ, ਕੋਈ ਦਿੱਖ ਤਾਕਤਾਂ, ਸਿਆਸੀ ਤਾਕਤਾਂ ਬੈਠੀਆਂ ਜਿਹੜੀਆਂ ਉਹਦੀਆਂ ਤਾਰਾਂ ਹਿਲਾ ਰਹੀਆਂ ਨੇ, ਉਹਨੂੰ ਕੰਟਰੋਲ ਕਰ ਰਹੀਆਂ ਨੇ। ਇਹ ਤਾਂ ਕੋਈ ਹੁਣ ਕਿਸੇ ਨੂੰ ਲੋਕ ਦੁਨੀਆ ਭਰ ਦੇ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਸਿੱਖ ਆ, ਪੰਥਕ ਸੋਚ ਨਾਲ ਨੂੰ ਸਮਰਪਿਤ ਆ, ਉਹਨੂੰ ਕੋਈ ਆਮ ਸਿੱਖ ਨੂੰ ਵੀ ਪਤਾ ਲੱਗ ਗਿਆ ਵੀ ਕੀ ਆ, ਕਿਹੜੀ ਸਿਆਸਤ ਨੂੰ ਚਲਾ ਰਹੀ ਹੈ। ਮੇਰੇ ਆਖਰੀ ਸਵਾਲ ਹੈ ਕਿ ਜਿਸ ਕਿ ਤੁਸੀਂ ਗੱਲਾਂ ਕਰ ਰਹੇ ਹੋ ਵੀ ਜਥੇਦਾਰ ਸਾਹਿਬ ਨੂੰ ਮਿਲੇ ਜਾ ਕੇ ਕੋਈ ਜਵਾਬ ਆਉਂਦਾ ਤਾਂ ਮਿਲਦਾ ਨਹੀਂ ਮਿਲਦਾ, ਫਿਰ ਤੁਸੀਂ ਇਹ ਵੀ ਗੱਲ ਕਹਿ ਰਹੇ ਹੋ ਕਿ ਕਹਿੰਦੇ ਸਾਡਾ ਪਰੰਪਰਾ ਹੈ ਅਸੀਂ ਬਦਲ ਨਹੀਂ ਸਕਦੇ। ਫਿਰ ਲੱਗਦਾ ਕਿ ਅਕਾਲ ਤਖਤ ਸਾਹਿਬ ਤੇ ਸਭ ਦੀ ਆਸਥਾ ਹੈਗੀ, ਅੱਜ ਵੀ ਹੈਗੀ, ਅੱਜ ਵੀ ਸਿੱਖ ਜਿਹੜਾ ਹੈਗਾ ਉਹਨੂੰ ਉੱਥੇ ਨਤਮਸਤਕ ਹੁੰਦੇ ਨੇ ਜਾ ਕੇ। ਫਿਰ ਜਥੇਦਾਰ ਸਾਹਿਬ ਉੱਤੇ ਕੱਲ੍ਹ ਨੂੰ ਸਿੱਖਾਂ ਭਰੋਸਾ ਰਹਿ ਜਾਊਗਾ? ਜਿਹੜੇ ਦਲਿਤਾਂ ਨੇ ਸ਼ਿਕਾਇਤ ਕੀਤੀ ਸੀ, ਜਿਨ੍ਹਾਂ ਨੇ ਵੀਡੀਓ ਪਾਈ ਸੀ, ਉਹਨਾਂ ਭਰੋਸਾ ਨਹੀਂ ਰਹੇਗਾ ਨਾ ਜਥੇਦਾਰ ਸਾਹਿਬ ਉੱਤੇ। ਫਿਰ ਕੱਲ੍ਹ ਨੂੰ ਜਥੇਦਾਰ ਸਾਹਿਬ ਦਾ ਕੋਈ ਵੀ ਹੁਕਮ ਜੇ ਲਾਣਾ ਹੋਵੇ, ਉਹੀ ਦਲਿਤ ਸਿੱਖਾਂ ਨੂੰ ਉਹ ਮੰਨ ਲੈਣਗੇ? ਫਿਰ ਦੇਖੋ ਨਹੀਂ ਮੰਨਣਗੇ, ਕਿਉਂਕਿ ਅਗਲਾ ਨੇ ਸਾਡਾ ਮਸਲਾ ਨਹੀਂ ਹੱਲ ਕੀਤਾ। ਇਹ ਤਾਂ ਪਹਿਲਾਂ ਕਹਿੰਦੇ ਅਸੀਂ ਇਸੇ ਕਰਕੇ ਹੀ ਫਿਕਰਮੰਦ ਆ ਨਾ ਵੀ ਜਿਹੜਾ ਦਲਿਤ ਵਰਗ ਆ ਉਹਨੂੰ ਲੰਬੇ ਸਮੇਂ ਤੋਂ ਜਿਹੜੇ ਡੇਰੇਦਾਰ ਆ, ਜਿਵੇਂ ਸਰਸੇ ਵਾਲੇ ਖਿੱਚ ਕੇ ਲੈ ਗਏ, ਦੇਹਧਾਰੂ ਗੁਰੂ ਆ, ਪਿੰਡਾਂ ਦੇ ਵਿੱਚ ਈਸਾਈ ਇੰਨੇ ਸਰਗਰਮ ਨੇ, ਈਸਾਈ ਪਾਸਟਰ, ਈਸਾਈ ਪਾਦਰੀ, ਉਹ ਧੜਾ ਧੜ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਸੀ, ਹੁਣ ਮਾਲਵੇ ਦੇ ਪਿੰਡਾਂ 'ਚ ਉਤਰੇ ਹੋਏ ਨੇ। ਉਹ ਵਰਗ ਈਸਾਈ ਬਣ ਰਿਹਾ। ਅਸੀਂ ਚਿੰਤਾ ਜ਼ਾਹਰ ਕਰ ਰਹੇ ਹਾਂ ਵੀ ਜੇ ਇਹਨਾਂ ਨੂੰ ਨਾ ਸਿੱਖੀ ਦੇ ਨਾਲ ਨਾ ਜੋੜਿਆ ਤੇ ਮੁੱਦੇ ਦੇ ਮਸਲੇ 'ਚ ਨਾ ਐਸਜੀਪੀਸੀ ਕੀ ਕਰਦੀ ਪਈ ਹੈ, ਜਥੇਦਾਰ ਸਾਹਿਬ ਕੀ ਕਰਦੇ ਪਏ? ਉਹ ਤਾਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਹਰ ਸਿੱਖ ਨੂੰ, ਆਮ ਸਿੱਖ ਨੂੰ, ਪੰਥਕ ਸੋਚ ਵਾਲੇ ਸਿੱਖਾਂ ਨੂੰ ਸਪਸ਼ਟ ਹੋ ਚੁੱਕਿਆ। ਉਹ ਤਾਂ ਇੱਕ ਸਿਆਸੀ ਪਰਿਵਾਰ ਨਾਲ ਜੁੜੇ। ਅਸੀਂ ਬੜੀਆਂ ਗੱਲਾਂ ਕਰਦੇ ਹਾਂ ਸਟੇਜ ਤੋਂ, ਅੱਜ ਵੀ ਅੱਜ 84 ਨੂੰ ਲੈ ਕੇ ਇੱਥੇ ਹੁਣ ਸਟੇਜ ਲੱਗੀ ਸੀ, ਉੱਥੇ ਵੀ ਜਾ ਕੇ ਵਿਦਵਾਨਾਂ ਨੇ ਬੋਲਿਆ। ਫਿਰ ਅਸੀਂ ਗੱਲ ਨੂੰ ਸਮਝਦੇ ਹੈਗੇ ਆ, ਜਿਸ ਕਿ ਤੁਸੀਂ ਗੱਲ ਕਹਿ ਰਹੇ ਹੋ ਕਿ ਸਾਰਾ ਹੀ ਪਿੰਡਾਂ ਦੇ ਵਿੱਚ ਹੁਣ ਉਤਰ ਗਏ ਨੇ ਜਿਹੜੇ ਜਾ ਕੇ ਉੱਥੇ ਧਰਮ ਚੇਂਜ ਕੀਤਾ ਜਾ ਰਿਹਾ ਹੈਗਾ। ਫਿਰ ਆਉਣ ਵਾਲੇ ਸਮੇਂ 'ਚ ਸਿੱਖਾਂ ਤੁਸੀਂ ਕਿੱਥੇ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਵੀ ਚਰਚਾ ਹੁੰਦੀ ਰਹੀਆਂ ਨੇ ਕਿ ਜਥੇਦਾਰ ਸਾਹਿਬ ਗੱਲ ਨਹੀਂ ਮੰਨਦੇ, ਜਿਹੜਾ ਸਿਆਸਤ ਜਿਹੜੀ ਹੈਗੀ ਆ ਉਹ ਹਾਵੀ ਹੋ ਚੁੱਕੀ ਹੈ। ਤੇ ਆਉਣ ਵਾਲੇ ਸਮੇਂ 'ਚ ਫਿਰ ਸਾਡਾ ਭਵਿੱਖ ਕੀ ਰਹਿ ਗਿਆ, ਜਾਂ ਦਲਿਤਾਂ ਦਾ ਭਵਿੱਖ ਕੀ ਰਹਿ ਗਿਆ ਇਹਦੇ 'ਚ? ਦੇਖੋ ਇਹੀ ਮੈਂ ਅੱਜ ਵਿਚਾਰ ਵਿਅਕਤ ਕੀਤੇ ਨੇ ਵੀ ਮੈਨੂੰ ਤਾਂ ਬੜਾ ਡਰਾਉਣਾ ਲੱਗਦਾ ਵੀ ਜਿਵੇਂ ਅਸੀਂ ਅੰਦਰੂਨੀ ਤੌਰ ਤੇ ਕਮਜ਼ੋਰ ਹੋ ਰਹੇ ਹਾਂ, ਜਿਹੜਾ ਸਾਡਾ ਸਾਡੀ ਬਾਹਰ ਨਾਲੋਂ ਜ਼ਿਆਦਾ ਅੰਦਰੂਨੀ ਲੜਾਈ ਹੈ ਨਾ। ਬਾਹਰ ਇਹਨੇ ਦੁਸ਼ਮਣ ਨੇ ਜਿਹਨੇ ਸਾਡੇ ਆਪਸ 'ਚ ਦੁਸ਼ਮਣ ਬੈਠੇ ਅੰਦਰ। ਦੁਸ਼ਮਣ ਤਾਂ ਜਿਹੜਾ ਬਾਹਰ ਬੈਠਾ ਤਾਂ ਤੁਹਾਨੂੰ ਦਿਸ ਰਿਹਾ, ਤਾਂ ਸਟਰੋਂਗ ਵੀ ਬਹੁਤ ਆ। ਉਹਦੇ ਕੋਲ ਇੱਕ ਹਥਿਆਰ ਨੇ, ਉਹ ਜ਼ਰੂਰੀ ਨਹੀਂ ਸਾਡੀ ਫਿਜ਼ੀਕਲੀ ਜੈਨੋਸਾਈਡ ਕਰੇ, ਉਹ ਸਾਡੀ ਜੈਨੋਸਾਈਡ ਮੈਂਟਲ ਜਿਹੜੀ ਬ੍ਰੇਨ ਬਾਸ ਆ, ਸਾਡੀ ਮੈਂਟਲ ਮੇਕਅਪ, ਉਹਦੇ ਰਾਹੀਂ ਵੀ ਤਾਂ ਨਿਰੰਤਰ ਕਰ ਰਿਹਾ ਨਾ ਉਹ ਵਰਗ ਜਿਹੜਾ ਦੁਸ਼ਮਣ ਆ। ਹੁਣ ਜਿੱਦਾਂ ਸਾਡਾ ਦੁਸ਼ਮਣ ਤਾਕਤਵਰ ਆ, ਉਹਦੇ ਮੁਕਾਬਲੇ ਮੈਨੂੰ ਐਂ ਲੱਗਦਾ ਵੀ ਸਿੱਖ ਸਮਾਜ ਦੀ, ਸਿੱਖ ਭਾਈਚਾਰੇ ਦੀ ਜਿਹੜੀ ਅੰਦਰੂਨੀ ਹਾਲਤ ਹੈ ਬੜੀ ਕਮਜ਼ੋਰ ਆ। ਇਸ ਤੋਂ ਮੈਨੂੰ ਡਰ ਲੱਗਦਾ, ਤਾਂ ਹੀ ਤਾਂ ਮੈਂ ਚਿੰਤਾ ਜ਼ਾਹਰ ਕਰਦਾ ਵੀ ਸਾਡਾ ਵਰਗ ਜਿਹੜਾ ਹੈਗਾ ਈਸਾਈ ਬਣ ਰਿਹਾ, ਦੇਹਧਾਰੀ ਗੁਰੂਆਂ ਦੇ ਨੇੜੇ ਲੱਗ ਰਿਹਾ। ਜੋ ਗੁਰੂ ਨਾਲ ਜੁੜਿਆ ਹੋਇਆ ਸਿੱਖ ਆ, ਉਹਨੂੰ ਸਾਰਿਆਂ ਨੂੰ ਤਾਂ ਚਿੰਤਾ ਵਿਅਕਤ ਕਰਨੀ ਚਾਹੀਦੀ ਆ। ਇਹਦਾ ਕੋਈ ਮਸਲੇ ਦਾ ਹੱਲ ਲੱਭਗੇ ਤਾਂ ਕਿ ਉਹਨੂੰ ਅਸੀਂ ਮੁੜ ਕੇ ਸਿੱਖੀ ਦੀ ਜੋ ਰੀੜ੍ਹ ਦੀ ਹੱਡੀ ਰਹੇ ਆ ਉਹਦੇ ਵਿੱਚ ਆਉਣ। ਉਹ ਗੁਰੂ ਨੇ ਇੰਨੀਆਂ ਵੱਡੀਆਂ ਸਰਦਾਰੀਆਂ ਬਖਸ਼ੀਆਂ, ਉਹਨਾਂ ਦੇ ਅੰਦਰ ਸਾਹਸ ਜਗਾਈਏ। ਉਹ ਤੁਸੀਂ ਤਾਂ ਗੁਰੂ ਦੇ ਬੇਟੇ ਕਹਿ ਕੇ ਕੀਤਾ, ਤੁਹਾਨੂੰ ਤਾਂ ਕਲੰਗੀਆਂ ਦਿੱਤੀਆਂ ਗੁਰੂ ਨੇ। ਤਾਂ ਕਿ ਮੇਰੀ ਚਿੰਤਾ ਇਹ ਆ, ਕਈ ਬੰਦੇ ਕਹਿੰਦੇ ਤੁਸੀਂ ਜਾਤ ਪਾਤ ਦਾ ਮਸਲਾ ਛੇੜ ਕੇ ਸਿੱਖ ਨੂੰ ਕਮਜ਼ੋਰ ਕਰ ਦਿਓ। ਉਹ ਮੈਂ ਕਿਹਾ ਮੈਂ ਕਮਜ਼ੋਰ ਨਹੀਂ ਕਰ ਰਿਹਾ, ਜਿਹੜੀ ਕਮਜ਼ੋਰ ਹੋ ਚੁੱਕੀ ਹੈ ਮੈਂ ਤਾਂ ਉਹਨੂੰ ਬਿਮਾਰੀ ਦੂਰ ਕਰਨ ਲਈ ਚਿੰਤਤ ਹਾਂ। ਤੁਸੀਂ ਮੇਰੀ ਭਾਵਨਾ ਸਮਝੋ। ਮੈਂ ਤਾਂ ਇਹ ਕਹਿ ਰਿਹਾ ਜਿਹੜਾ ਵਰਗ ਸਾਡੇ ਤੋਂ ਦੂਰ ਜਾ ਰਿਹਾ ਉਹਨੂੰ ਪਿਆਰ ਨਾਲ ਵਿਚਕਾਰ ਕੇ, ਜਿੱਥੇ ਕੋਈ ਮਸਲੇ ਤੇ ਮੁੱਦੇ ਨੇ ਉਹਨੂੰ ਦੂਰ ਕਰਕੇ, ਉਹਦੀ ਸ਼ਿਕਾਇਤਾਂ ਨੂੰ ਉਹਨੂੰ ਪਿਆਰ ਕਰਕੇ ਬਿਠਾਈਏ। ਤੈਨੂੰ ਸਾਡੇ ਪ੍ਰਤੀ ਸ਼ਿਕਾਇਤ ਕੀ ਆ, ਤੂੰ ਸਾਥੋਂ ਕਿਉਂ ਦੂਰ ਭੱਜਦਾ, ਕਿਉਂ ਸਿੱਖੀ ਤੋਂ ਦੂਰ ਰਹਿਣਾ, ਤੂੰ ਤਾਂ ਗੁਰੂ ਤੋਂ ਬੇਮੁਖੋ ਰਹੇਂਗਾ। ਮੇਰੀ ਇਹ ਚਿੰਤਾ ਨਹੀਂ, ਮੇਰੀ ਇਕੱਲੇ ਦੀ ਨਹੀਂ, ਮੈਂ ਚਾਹੁੰਦਾ ਹਰ ਗੁਰੂ ਦੇ ਜੁੜੋ ਸਿੱਖਾ ਉਹਦੀ ਹੀ ਇਹ ਚਿੰਤਾ ਹੋਣੀ ਚਾਹੀਦੀ ਆ, ਤਾਂ ਕਿ ਜਿੰਨੀ ਛੇਤੀ ਅਸੀਂ ਇਹਦੇ ਬਾਰੇ ਐਕਟ ਕਰ ਲਾਂਗੇ, ਇਹ 'ਤੇ ਅਮਲ ਕਰ ਲਾਂਗੇ, ਉਨੀ ਛੇਤੀ ਅਸੀਂ ਸਿੱਖ ਸਮਾਜ ਨੂੰ ਹੋਰ ਮਜ਼ਬੂਤੀ ਵਾਲੇ ਰਾਹ ਤੋਰ ਲਾਂਗੇ। ਇਹ ਸਨ ਸਾਡਾ ਰਜਿੰਦਰ ਸਿੰਘ ਰਾਹੀ। ਤੁਸੀਂ ਸਾਰੀ ਗੱਲਬਾਤ ਸੁਣੀ ਹੈ। ਮਕਸਦ ਇਹੀ ਸੀ ਇੰਟਰਵਿਊ ਕਰਨ ਦਾ ਕਿ ਜਿਸ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਦਲਿਤਾਂ ਨੂੰ ਲੈ ਕੇ
ਇੱਕ ਵਿਤਕਰਾ ਕੀਤਾ ਜਾ ਰਿਹਾ। ਇਹ ਗੱਲ ਪਹਿਲਾਂ ਵੀ ਸਾਹਮਣੇ ਆਈ ਸੀ, ਚਰਚਾ ਪਹਿਲੇ ਵੀ ਚੱਲਦੀ ਰਹੀ ਸੀ ਕਿ ਕੁਝ ਨਿਹੰਗ ਸਿੰਘ ਹੈਗੇ ਸੀ, ਉਹਨਾਂ ਨਾਲ ਵਿਤਕਰਾ ਇਹ ਕੀਤਾ ਜਾ ਰਿਹਾ ਸੀ ਕਿ ਅੰਮ੍ਰਿਤ ਛਕਣ ਤੋਂ ਬਾਅਦ ਜਿਹੜੇ ਉਹਨਾਂ ਦੇ ਭਾਂਡੇ ਸੀ, ਬਰਤਨ ਸੀ, ਉਹ ਅਲੱਗ ਸੀ, ਜੋ ਉਸ ਤੋਂ ਬਾਅਦ ਅਲੱਗ ਕਰ ਦਿੱਤੇ ਜਾਂਦੇ ਸੀ। ਹੁਣ ਸਵਾਲ ਹੁੰਦਾ ਕਿ ਜੇ ਉਸ ਤੋਂ ਬਾਅਦ ਜਥੇਦਾਰ ਸਾਹਿਬ ਨੂੰ ਵੀ ਇਹ ਇੱਕ ਚਿੱਠੀ ਜਾਂਦੀ ਹੈ, ਕਾਫੀ ਸੰਸਥਾਵਾਂ ਚਿੱਠੀਆਂ ਭੇਜਦੀਆਂ ਨੇ, ਜਥੇਦਾਰ ਸਾਹਿਬ ਦੇ ਅੱਗੋਂ ਜਵਾਬ ਆਉਂਦਾ ਕਿ ਗੱਲ ਚੱਲਦੀ ਵੀ ਹੈ, ਫਿਰ ਕਹਿੰਦੇ ਕਿ ਗੱਲ ਉਹ ਮੰਨਦੇ ਨਹੀਂ ਪਏ, ਉਹ ਕਹਿੰਦੇ ਵੀ ਸਾਡਾ ਇਹੀ ਨਿਯਮ ਹੈ। ਪਰ ਕੀ ਸਿੱਖ ਸਮਾਜ ਦੇ ਵਿੱਚ ਇਸ ਚੀਜ਼ ਨੂੰ ਬਾਹਰ ਕੱਢਿਆ ਜਾ ਸਕਦਾ ਹੈ? ਧਰਮ ਕਹਿੰਦਾ, ਸਿੱਖੀ ਧਰਮ ਕਹਿੰਦਾ ਕਿ ਸਾਰੇ ਸਿੱਖ ਇੱਕ ਬਰਾਬਰ ਨੇ, ਪਰ ਸਮਾਜ ਜਾਂ ਕਹਿ ਲਈਏ ਜਾਂ ਸੰਵਿਧਾਨ ਕਹਿ ਲਈਏ, ਉਸ ਵਿੱਚ ਕਿਤੇ ਨਾ ਕਿਤੇ ਦਲਿਤ ਸ਼ਬਦ ਵੀ ਪਾਇਆ ਗਿਆ ਹੈ। ਹੁਣ ਸਮਾਂ ਦੱਸੇਗਾ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਗੱਲ ਕੀਤੀ, ਪਿੰਡਾਂ ਦੇ ਵਿੱਚ ਹੁਣ ਧਰਮ ਜਾਤਾਂ ਨੂੰ ਲੈ ਕੇ ਵੀ ਸਿੱਖਾਂ ਨੂੰ ਬਦਲਣ ਵਿੱਚ ਵੀ ਸਿੱਖਾਂ ਦੇ ਭੇਸ ਵਿੱਚ ਬੰਦੇ ਉਤਰੇ ਹੋਏ ਨੇ ਜਿਨ੍ਹਾਂ ਨੇ ਸਿੱਖੀ ਖਤਮ ਕਰਨੀ ਹੈ। ਪਰ ਅੱਗੇ ਜਾ ਕੇ ਇਸ ਦਾ ਹੱਲ ਕੀ ਨਿਕਲੇਗਾ? ਸਿੱਖੀ ਕਮਜ਼ੋਰ ਹੁੰਦੀ ਜਾਏਗੀ ਜਾਂ ਸਿੱਖਾਂ ਦੇ ਇੱਕ ਪਹਿਰਾਵੇ ਨੂੰ ਜੋ ਹੈ ਉਸ ਨੂੰ ਬਦਲੇ ਦਿੱਤਾ ਜਾਵੇਗਾ? ਇਹ ਸਵਾਲ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਕੋਲ ਵੀ ਪੁੱਛਣਾ ਚਾਹੀਦਾ।